वाहेगुरु जी का खालसा वाहेगुरु जी की फतेह। सतगुरां दी सुभागी गोद विच बड़े ही प्रेम सहित संध्या दे दीवाना विच आप जी जुड़ बैठे हो। सुभाग मिले संगत दीयां घड़ियां दा आनंद माणन दा। आओ इस समय नूं सफला बनाइए। चल रहे गुर इतिहास के पावन प्रसंगां दे विचों आप जी ने सरवण कीता सी। दीन दुनिया दे बालक धन गुरु नानक साहिब सुल्तानपुर दी पावन धरती ते सतगुरां ने मस्जिद दे विच मसीत दे विच नवाब दौलत खान नूं उपदेश बख्शिश कीता है। मन दी दशा किवें पारे वर्गी है, जिवें पारा कच्चा जिंदगी लई जहर है, पर कोई वैद हकीम उसे पारे नूं मार देवे सोध देवे, वही जीवन बचाउण दी दवा बन जांदा है। जे पूरा गुरु पारे वर्गे मन नूं अपनी संगत दे नाल सोध देवे ते मन दी चंचलता दूर हो जाती है। दूजा प्रमाण सतगुरां ने बख्शिश कीता सी नवाब दे ताई, ये मन चंचल घोड़े वर्गा है। जिवें चंचल घोड़ा चलाक तो चलाक असवार नूं भी धरती ते सुण लैंदा है, पर जे कोई शाह सवार उस घोड़े ते थापड़ा मार के बह जे, मूँह विच पाए कड़ियाले दे नाल उस चंचल घोड़े नूं वस कर लैंदा है। गुरु नानक साहिब महाराज कहंदे ये मन चंचल घोड़े वर्गा है। नवाब जी गुरु दे शब्द दा सवार जदों मने उत्ते बैठदा है, इस मन दी मत टिकाणे आ जाती है। सतगुरां दे अमृत भरे वचनां नूं सुण के नवाब दौलत खां बड़ा प्रभावित होया। वार वार अपने कीते गुनाहां दी माफी मंगदा है। इन्हां सारे प्रकरणां नूं आप जी ने कल विस्तार सहित सरवण कीता। आओ कुछ समा मन चित बिरतियां नूं एकाग्र चित बनाइए। पाओ प्रेम दी सांझ, आसीस बख्शो। गज बज के आखो जी सतनाम श्री वाहेगुरु साहिब जी। सतनाम श्री वाहेगुरु साहिब जी। दोहरा राग दवेख मल पर हरियो, पाणा प्रभ को मन। सिमर नाम करतार को, कर हो न जन्म निज धन। इस पावन कथा नूं भाई वाला जी गुरु अंगद देव पातशाह जी के पावन दरबार विच खडूर साहिब की धरती ते सुना रहे हैं। जिस वेले नवाब सतगुरां दे पास मस्जिद विच खड़ के सब लोकां दे सामने चरण परसदा है, तरले मिन्नतां करदा है, पातशाह गुनाह हो गया, आप जी दा नरादर कीता, मैं अणजाण सी, तुहानूं जाण नहीं सकिया। जगत गुरु गुरु नानक साहब महाराज मुस्कुरा के आखन लगे,
ਨਵਾਬ ਦੌਲਤ ਖਾਨ ਜੀ, ਇਸ ਮਨ ਦੇ ਵਿੱਚੋਂ ਜੇ ਈਰਖਾ ਨਿਕਲ ਜਾਏ, ਦਵੈਤ ਦੁਬਦਾ, ਜਦ ਦੋ ਬਿਰਤੀਆਂ ਇੱਕ ਪਾਸੜ ਹੋ ਜਾਣ, ਇਹ ਮਨ ਰੱਬ ਦੇ ਭਾਣੇ ਨੂੰ ਮੰਨਣ ਲੱਗ ਜਾਂਦਾ। ਜਦੋਂ ਰੱਬ ਦਾ ਭਾਣਾ ਇਹ ਮਨ ਮੰਨਦਾ ਹੈ, ਉਹ ਤੋਂ ਪਹਿਲਾਂ ਇਹਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਜੇ ਪ੍ਰੇਮ ਨਹੀਂ ਤੇ ਮਨ ਨੇ ਭਾਣਾ ਨਹੀਂ ਮੰਨਣਾ। ਮਨ ਈਰਖਾ, ਦਵੈਸ਼ਤਾ ਤੇ ਜਗ ਦੇ ਪਿਆਰ ਦੇ ਵਿੱਚ ਕਮਲਾ ਹੋਇਆ ਫਿਰੇਗਾ, ਚੰਗਿਆਈਆਂ ਤੇ ਬੁਰਾਈਆਂ ਦੇ ਵਿੱਚ ਉਲਝਿਆ ਰਹੇਗਾ। ਜੇ ਇਸ ਮਨ ਨੂੰ ਗੁਰੂ ਨੂੰ ਸੌਂਪਣਾ ਹੈ, ਮਨ ਵਿੱਚੋਂ ਈਰਖਾ, ਮਨ ਵਿੱਚੋਂ ਦੁਬਦਾ ਸਦਾ ਲਈ ਮਟਾਉਣੀ ਪੈਣੀ ਹੈ। ਸੁਣ ਸਤਿਗੁਰ ਉਪਦੇਸ਼ ਕੋ, ਧਾਰ ਹਿਰਦਿ ਮੇ ਲੀਨ, ਕਰ ਬੰਦੇ ਬੰਧਨ ਕਰੀ, ਬੋਲਿਓ ਬਚਨ ਪਰਬੀਨ। ਜਦੋਂ ਸਤਿਗੁਰਾਂ ਦਾ ਉਪਦੇਸ਼ ਨਵਾਬ ਦੌਲਤ ਖਾਨ ਨੇ ਸੁਣਿਆ, ਕਾਜੀ ਕੋਲ ਖੜਾ ਬੜਾ ਹੈਰਾਨ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋਨਾਂ ਦੇ ਮਨ ਦੀ ਦਸ਼ਾ ਨੂੰ ਦੱਸ ਦਿੱਤਾ ਹੈ। ਸਤਿਗੁਰਾਂ ਦੀ ਅੰਤਰਜਾਮਤਾ ਵੇਖ ਕੇ ਨਵਾਬ ਝੁਕ ਗਿਆ, ਉਹ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਦਾ ਹੈ। ਸਤਿਗੁਰੂ ਕਹਿੰਦੇ, ਨਵਾਬ ਸਾਹਿਬ, ਰੱਬ ਨੂੰ ਮਿਲਣਾ ਔਖਾ ਨਹੀਂ ਹੈ। ਮਨ ਦਾ ਛਲ, ਮਨ ਦਾ ਕਪਟ, ਮਨ ਦੀ ਹਉਮੈ ਨੂੰ ਜੇ ਤਿਆਗਿਆ ਜਾਏ, ਪਰਮਾਤਮਾ ਦੂਰ ਨਹੀਂ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਕਹਿੰਦਾ, ਮਹਾਰਾਜ ਮੈਨੂੰ ਅੱਜ ਸੋਝੀ ਆਈ ਹੈ, ਮੈਨੂੰ ਅੱਜ ਪਤਾ ਲੱਗਿਆ ਪ੍ਰਭੂ ਹੈ ਕਿੱਥੇ ਹੈ, ਖੁਦਾ ਕਿੱਥੇ ਹੈ, ਮਿਲਦਾ ਕਿਵੇਂ ਹੈ। ਮੈਂ ਤੇ ਨਿਤ ਸਲਾਮਾਂ ਹੀ ਕਰਦਾ ਰਿਹਾ, ਨਿਤ ਨਮਾਜ਼ਾਂ ਪੜ੍ਹ ਕੇ ਹੀ ਸੋਚਦਾ ਰਿਹਾ, ਸ਼ਾਇਦ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ। ਅੱਜ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਕਹਿੰਦਾ, ਮਹਾਰਾਜ ਕਿਰਪਾ ਕਰਿਓ, ਇਹ ਸਦਾ ਲਈ ਜੀਵਨ ਵਿੱਚ ਬਚਨਾਂ ਤੇ ਅਮਲ ਰਹੇ ਜੇ, ਇਹਨਾਂ ਨੂੰ ਕਮਾ ਸਕਾਂ। ਆੜਿਲ ਦਾਮ ਸਾਤ ਸੈ ਸਾਠ, ਕਹੋ ਕਿਆ ਕੀਜੀਏ, ਮੂਲੇ ਕਰੀ ਪੁਕਾਰ, ਕਹੈ ਮੁਝ ਦੀਜੀਏ। ਸਤਿਗੁਰਾਂ ਦੇ ਪਾਸੋਂ ਉਪਦੇਸ਼ ਲੈ ਕੇ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਬੜੇ ਸੰਤੁਸ਼ਟ ਨੇ। ਕਾਜੀ ਨੇ ਵੀ ਮਹਾਰਾਜ ਨੂੰ ਮੱਥਾ ਟੇਕ, ਬਾਕੀ ਜਿੰਨੇ ਮੁਸਲਮਾਨ ਸੀ ਉਹਨਾਂ ਵੀ ਸਜਦਾ ਕੀਤਾ। ਸਭ ਇਹ ਗਲਤੀ ਮੰਨਦੇ ਆ ਵੀ ਸਤਿਗੁਰੂ ਜੀ ਅਸੀਂ ਤੁਹਾਨੂੰ ਕਮਲਾ ਕਹਿੰਦੇ ਰਹੇ, ਦੀਵਾਨਾ ਝੱਲਾ ਕਹਿੰਦੇ ਰਹੇ, ਤੁਹਾਨੂੰ ਬੇਚਾਰਾ ਕਹਿੰਦੇ। ਸਾਨੂੰ ਤੇ ਅੱਜ ਪਤਾ ਲੱਗਿਆ ਤੁਸੀਂ ਤੇ ਖੁਦਾ ਦੇ ਬੰਦੇ ਹੋ, ਰੱਬ ਦੇ ਪਿਆਰੇ ਹੋ। ਥੋੜੀ ਦੇਰ ਬਾਅਦ ਸਤਿਗੁਰਾਂ ਦੀ ਸੰਗਤ ਵਿੱਚ ਨਵਾਬ ਬੈਠਾ ਹੈ, ਕਹਿੰਦਾ ਮਹਾਰਾਜ ਇੱਕ ਬੇਨਤੀ ਹੈ, ਮੈਂ ਪੁੱਛਣਾ ਚਾਹੁੰਦਾ। ਆਪ ਜੀ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਸਾਡੇ ਕੋਲ ਪੁਕਾਰ ਲੈ ਕੇ ਆਏ ਸੀ ਵੀ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੋਦੀ ਖਾਨਾ ਛੱਡਿਆ ਸੀ 760, ਉਹ ਮੈਨੂੰ ਦੇ ਗਏ ਪਾਵਨ ਨਵਾਬ ਕੋਲੇ। ਤੇ ਉਹ ਨਿੱਤ ਆ ਕੇ ਮੰਗਦੇ ਆ ਵੀ ਘਰ ਵਿੱਚ ਛੋਟੇ ਛੋਟੇ ਬੱਚੇ ਨੇ, ਬਾਬਾ ਸ੍ਰੀ ਚੰਦ ਜੀ ਤੇ ਲਖਮੀ ਚੰਦ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਮਸ਼ਾਨਾਂ ਵਿੱਚ ਆ ਕੇ ਮੜੀਆਂ 'ਚ ਬਹਿ ਗਏ ਨੇ, ਇਹਨਾਂ ਨੂੰ ਘਰ ਪਰਿਵਾਰ ਦਾ ਫਿਕਰ ਕੋਈ ਨਹੀਂ, ਛੱਡ ਗਏ ਨੇ ਸਾਰਾ ਕੁਝ, ਤੇ ਕਿਰਪਾ ਕਰਕੇ 760 ਸਾਡੇ ਸੁਪੁਰਦ ਕੀਤੇ ਜਾਣ। ਨਵਾਬ ਕਹਿੰਦਾ ਮਹਾਰਾਜ ਮੈਂ ਦੁਬਿਧਾ ਦੇ ਵਿੱਚ ਹਾਂ, ਬੇਸ਼ੱਕ ਆਪ ਜੀ ਇੱਥੇ ਤੱਕ ਆ ਗਏ ਹੋ, ਪਰ ਮੇਰੇ ਦਰਬਾਰ ਵਿੱਚ ਤੁਹਾਡੇ ਆਉਣ ਦਾ ਕਾਰਨ 760 ਰੁਪਏ ਸੀ। ਮੈਂ ਪੁੱਛਣਾ ਚਾਹੁੰਦਾ ਵੀ ਤੁਹਾਡਾ ਹੁਕਮ ਕੀ ਹੈ? ਆਪ ਜੀ ਦਾ ਹੁਕਮ ਸਾਡੀ ਰਜ਼ਾ ਹੋਏਗੀ, ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਕਮਾਵਾਂਗੇ, ਜਿਹਨੂੰ ਕਹਿ ਦੋਗੇ 760 ਅਸੀਂ ਉਹਦੇ ਖਾਤੇ ਪਾ ਦਿਆਂਗੇ। ਬੜੀ ਨਿਮਰਤਾ ਦੇ ਨਾਲ, ਬੜੀ ਹਲੀਮੀ ਦੇ ਨਾਲ ਨਵਾਬ ਨੇ ਬੇਨਤੀ ਕੀਤੀ ਹੈ। ਅਬ ਜਿਹ ਬਿਦ ਨਿਜ ਬਦਨ, ਬਦਹੋ ਤਸ ਬਿਦ ਕਰੈ, ਹੋ ਮੈਂ ਮਰੀਦ ਤਬ ਭਇਓ, ਮਿਹਰ ਮੁਰ ਪਰ ਤਰੈ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਕੇ ਨਵਾਬ ਦਾ ਸਵਾਲ ਮੁਸਕਰਾ ਪਏ। ਨਵਾਬ ਕਹਿੰਦਾ ਮਹਾਰਾਜ ਮੈਂ ਹੁਣ ਤੁਹਾਡਾ ਮੁਰੀਦ ਹਾਂ, ਮੈਂ ਹੁਣ ਰਾਜਾ ਨਹੀਂ ਹਾਂ, ਸੇਵਕ ਹਾਂ ਤੁਹਾਡਾ, ਤੇ ਮੇਰੇ ਲਈ ਇਹ ਗੱਲ ਬੜੀ ਮੁਸੀਬਤ ਵਾਲੀ ਬਣੀ ਹੋਈ ਹੈ। ਇੱਕ ਪਾਸੇ ਆਪ ਜੀ ਦਾ ਬਚਨ ਹੈ, ਤੁਸੀਂ ਆਖਿਆ ਸੀ ਨਵਾਬ
ਤੈਨੂੰ ਖੁਦਾ ਦੇ ਨਾਂ ਤੇ ਪੈਸੇ ਦਿੱਤੇ, ਲੋੜਵੰਦ ਫਕੀਰਾਂ ਵਿੱਚ ਵੰਡਦਾ ਹੀ ਭਾਈ ਜੇ ਸੱਚਾ ਮੁਸਲਮਾਨ ਤੇ ਆਪਣਾ ਈਮਾਨ ਵਰਤੀ। ਇੱਕ ਪਾਸੇ ਗੁਰੂ ਪਾਤਸ਼ਾਹ ਤੁਹਾਡੇ ਬਚਨ ਨੇ ਤੇ ਦੂਜੇ ਪਾਸੇ ਆਪ ਜੀ ਦੇ ਸਹੁਰਾ ਸਾਹਿਬ ਆ ਕੇ ਪੈਸਿਆਂ ਦੀ ਮੰਗ ਕਰਦੇ ਆ। ਉਹ ਕਹਿੰਦੇ ਆ ਮੈਨੂੰ ਇਨਸਾਫ ਦੇ। ਸੱਚੇ ਪਾਤਸ਼ਾਹ ਮੇਰੇ ਤੋਂ ਇਨਸਾਫ ਨਹੀਂ ਕੀਤਾ ਜਾ ਰਿਹਾ, ਮੈਂ ਚਾਹ ਕੇ ਵੀ ਇੱਕ ਪਾਸੋਂ ਫੈਸਲਾ ਸੁਣਾ ਨਹੀਂ ਸਕਦਾ, ਮੇਰੀ ਦੁਬਿਧਾ ਦੂਰ ਕਰ ਦਿਓ। ਜਿਹਨੂੰ ਤੁਸੀਂ ਕਹਿ ਦੋਗੇ ਨਾ ਮੈਂ ਮਰਜ ਇਹ ਮਾਇਆ ਉਹਨੂੰ ਸੌਂਪ ਦਿਆਂ। ਜੇ ਆਪ ਆਖੋ ਵੀ ਮੈਂ ਆਪਣੀ ਮਤ ਦੇ ਨਾਲ ਫੈਸਲਾ ਕਰਾਂ, ਮੇਰੇ ਤੋਂ ਹੋਣਾ ਨਹੀਂ। ਸੁਣੇ ਬਿਨਾ ਕੋ ਬੈਨ ਨੈਣ ਕਰੁਣਾ ਭਰੇ, ਭਵ ਸੰਭਵ ਦੁਖ ਗੁਜਤ ਬੰਦ ਤੇ ਕੇ ਹਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਨਵਾਬ ਦੀਆਂ ਬੇਨਤੀਆਂ ਨੂੰ ਸੁਣਿਆ, ਵੇਖੋ ਜੀਵਨ 'ਚ ਕਿੰਨਾ ਬਦਲਾਵ ਆ ਗਿਆ। ਕੁਝ ਦਿਨ ਪਹਿਲਾਂ ਨਵਾਬ ਕਹਿੰਦਾ ਸੀ ਮੇਰਾ ਹੁਕਮ ਨਾਨਕ ਮੰਨਣ ਵਾਲੇ ਕੌਣ ਨੇ ਜੋ ਮੰਨਦੇ ਨੇ, ਟਾਲਣ ਵਾਲੇ ਕੌਣ ਨੇ। ਤੇ ਅੱਜ ਉਹੀ ਨਵਾਬ ਕਹਿੰਦਾ ਮਰਦ ਮੈਂ ਤੁਹਾਡਾ ਦਾਸ ਹਾਂ, ਤੁਹਾਡਾ ਸੇਵਕ ਹਾਂ, ਤੁਸੀਂ ਜੋ ਹੁਕਮ ਕਰੋਗੇ ਮੇਰੇ ਸਿਰ ਮੱਥੇ ਪ੍ਰਵਾਨ ਹੈ। ਮਰਦ ਮੁਸਕਰਾ ਪਏ ਵੀ ਇਹ ਹੁਣ ਬੇਨਤੀਆਂ ਕਰਦਾ ਤਾਂ ਕਰਦਾ ਕਿਉਂਕਿ ਮੁਸੀਬਤ ਇਹਦੇ ਸਿਰ ਬਣੀ ਹੋਈ ਹੈ। ਕੋਈ ਵੀ ਫੈਸਲਾ ਐਸਾ ਨਹੀਂ ਕਰਨਾ ਚਾਹੁੰਦਾ ਜਿਸ ਫੈਸਲੇ ਕਰਕੇ ਨਵਾਬ ਨੂੰ ਪਛਤਾਪ ਹੋਵੇ। ਹੱਸ ਕੇ ਮਰਦ ਕਹਿੰਦੇ ਨਵਾਬ ਸਾਹਿਬ ਰਾਜੇ ਹੋ ਤੁਸੀਂ, ਪਰਜਾ ਨੂੰ ਪਾਲਣਾ ਤੁਹਾਡਾ ਫਰਜ਼ ਹੈ, ਤੁਹਾਡੇ ਦਰਬਾਰ ਵਿੱਚ ਹੋਇਆ ਫੈਸਲਾ ਕੋਈ ਨਹੀਂ ਮੋੜਦਾ, ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਫੈਸਲਾ ਕਰਦੇ ਹੋ। ਕਹੈ ਕਹਿਓ ਇੱਕ ਵਾਰ ਦੀਨ ਧਨ ਤੋਹੀ ਤਬ, ਹੋ ਅਗਰਜ ਜਿਉ ਉਰਿਆਏ, ਕਰਹੁ ਤਿਉ ਕਾਜ ਅਬ। ਜਦੋਂ ਬਾਰ-ਬਾਰ ਨਵਾਬ ਆਖੇ ਆਪਣੀ ਬੇਵਸੀ ਜ਼ਾਹਰ ਕਰਦਾ ਹੈ, ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਤੈਨੂੰ ਪਹਿਲਾਂ ਕਹਿ ਦਿੱਤਾ ਸੀ। ਬਚਨਾਂ 'ਚ ਵੀ ਉਹੀ ਹੈ, ਇਹ ਮਾਇਆ ਖੁਦਾ ਦੇ ਨਾਮ ਤੇ ਤੈਨੂੰ ਦਿੱਤੀ ਹੈ ਭਾਈ। ਇਹ ਮਾਇਆ ਫਕੀਰਾਂ ਵਿੱਚ, ਲੋੜਵੰਦਾਂ ਵਿੱਚ, ਰੱਬ ਦੇ ਪਿਆਰਿਆਂ ਵਿੱਚ ਸਾਰੀ ਦੀ ਸਾਰੀ ਵੰਡ ਨਹੀਂ। ਬਾਕੀ ਨਵਾਬ ਸਾਹਿਬ ਜੇ ਤੁਸੀਂ ਚਾਹੁੰਦੇ ਹੋ ਬੱਚਿਆਂ ਨੂੰ ਮਾਇਆ ਦੇਗੀ, ਇਹ ਵੀ ਠੀਕ ਹੈ, ਪਰ ਮਰਜ਼ੀ ਤੁਹਾਡੀ, ਕਿਉਂਕਿ ਰੱਬ ਕਦੇ ਵੀ ਆਪਣੇ ਪਿਆਰਿਆਂ ਦੇ ਬਚਨਾਂ ਨੂੰ ਨਹੀਂ ਮੋੜਦਾ, ਭਾਵੇਂ ਕਿ ਉਹਨੂੰ ਉਹ ਬਚਨ ਭਾਉਂਦੇ ਨਾ ਹੋਣ, ਕਿਉਂਕਿ ਤੂੰ ਭਗਤਾਂ ਕੇ ਵਸ ਭਗਤਾਂ ਤਨ। ਜਦ ਕਿਤੇ ਰੋਹ ਦੇ ਨਾਲ ਨਵਾਬ ਕਹਿੰਦਾ ਸੀ, ਸਤਿਗੁਰ ਕਹਿੰਦੇ ਅਸੀਂ ਨਹੀਂ ਆਉਂਦੇ। ਜਦ ਤੱਕ ਨਵਾਬ ਦੇ ਮੋਦੀ ਸੀ ਉਦੋਂ ਤੱਕ ਹੁਕਮ ਵਜਾਉਂਦੇ ਸੀ, ਕੌਣ ਹੈ ਸਾਨੂੰ ਹੁਕਮ ਕਰਨ ਵਾਲਾ ਉਹ। ਪਰ ਅੱਜ ਉਹ ਪਿਆਰ ਦੀ ਬੇਨਤੀ ਕਰਦਾ ਹੈ, ਸਤਿਗੁਰ ਕਹਿੰਦੇ ਜਿਵੇਂ ਤੈਨੂੰ ਚੰਗਾ ਲੱਗੇ ਸਾਨੂੰ ਉਹੀ ਚੰਗਾ ਲੱਗਦਾ ਹੈ। ਭਾਵੇਂ ਅੱਧੀ ਮਾਇਆ ਰੱਖ ਲੈ, ਭਾਵੇਂ ਅੱਧੀ ਮਾਇਆ ਦੇ ਦੇ, ਤੈਨੂੰ ਉਲਾਂਭਾ ਦੇਾਂਗੇ ਨਹੀਂ। ਆਨਨ ਖਾਨ ਬਖਾਨ ਕਾਨ ਸੁਣ ਨਿਦਮਇਆ, ਅਰਧ ਧਰਵ ਸ੍ਰੀ ਚੰਦ ਅਰਧ ਤਿਨ ਮਨ ਠਿਆ। ਵਿੱਚ ਵਿਚਾਲੇ ਦਾ ਰਸਤਾ ਕੀ ਸੀ? ਮੂਲ ਚੰਦ ਕਹਿੰਦੇ ਸੀ ਇਹ ਅਮਾਉਂਟ, ਇਹ ਮਾਇਆ ਸਾਡੀ ਹੈ। ਜੋ ਮਾਇਆ ਗੁਰੂ ਨਾਨਕ ਸਾਹਿਬ ਜੀ ਨੇ 760 ਬੱਚਤ ਵਿੱਚ ਰੱਖਿਆ ਸੀ ਮੋਦੀਖਾਨਾ ਬੰਦ ਕਰਨ ਵੇਲੇ, ਸਤਿਗੁਰ ਤੇ ਕਹਿੰਦੇ ਸੀ ਫਕੀਰਾਂ ਦਰਵੇਸ਼ਾਂ ਦਾ, ਪਰ ਪਰਿਵਾਰ ਦਾਵਾ ਕਰਦਾ ਸੀ ਮਾਇਆ ਸਾਡੀ ਹੈ, ਪਿਤਾ ਦੀ ਮਾਇਆ ਬੱਚਿਆਂ ਦੇ ਹਿੱਸੇ ਆਵੇ। ਹੁਣ ਨਵਾਬ ਬੜਾ ਖੁਸ਼ ਹੋਇਆ ਨੇ, ਉਸੇ ਵੇਲੇ ਹੁਕਮ ਕੀਤਾ ਵੀ ਅੱਧੀ ਮਾਇਆ ਬਾਬਾ ਸ੍ਰੀ ਚੰਦ ਲਖਮੀ ਚੰਦ ਜੀ ਨੂੰ ਦਿੱਤੀ ਜਾਏ ਤੇ ਅੱਧੀ ਮਾਇਆ ਖਜ਼ਾਨੇ ਵਿੱਚ ਰੱਖੀ ਜਾਏ। ਕਿਉਂਕਿ ਹੁਣ ਮੂਲ ਚੰਦ ਵੀ ਖੁਸ਼ ਹੋ ਜਾਣੇ, ਉਹ ਕਹਿੰਦੇ ਸੀ ਮੇਰੇ ਨਾਲ ਇਨਸਾਫ ਕਰ। ਨਵਾਬ ਸੋਚਦਾ ਸੀ ਜੇ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨਿਆ ਤੇ ਸਤਿਗੁਰਾਂ ਦੇ ਸਹੁਰਾ ਸਾਹਿਬ ਜੋ ਪੁਕਾਰ ਕਰਦੇ ਉਹ ਨਾਰਾਜ਼ ਹੋਣਗੇ, ਜੇ ਮੂਲ ਚੰਦ ਦਾ ਬਚਨ ਮੰਨ ਲਿਆ ਤੇ ਗੁਰੂ ਨਾਨਕ ਸਾਹਿਬ ਨਾਰਾਜ਼ ਹੋ ਜਾਣਗੇ। ਨਵਾਬ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਵੀ ਮੈਂ ਸਾਂਝਾ, ਮੈਨੂੰ ਸਤਿਗੁਰਾਂ ਦਾ ਬਚਨ ਵੀ ਮੰਨਣਾ ਚਾਹੀਦਾ ਤੇ ਇਹਨਾਂ ਦੀ ਵੀ ਰੱਖਣੀ ਚਾਹੀਦੀ ਹੈ। ਉਹ ਵਿੱਚ ਵਿਚਾਲੇ ਦਾ ਰਸਤਾ ਨਿਕਲਿਆ। ਸਤਿਗੁਰ ਕਹਿੰਦੇ ਜੋ ਤੈਨੂੰ ਚੰਗਾ ਲੱਗੇ ਕਰ ਲੈ। ਹੁਣ ਸਤਿਗੁਰਾਂ ਦਾ ਹੁਕਮ ਪਾ ਕੇ ਨਵਾਬ ਨੇ ਅੱਧੀ ਮਾਇਆ ਸਤਿਗੁਰਾਂ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਨੂੰ ਦੇ ਸੁਪੁਰਦ ਕਰ ਦਿੱਤੀ ਹੈ ਵੀ ਜਾਓ ਸਤਿਗੁਰਾਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਲਖਮੀ ਦਾਸ, ਜਿਹਨਾਂ ਨੂੰ ਲਖਮੀ ਚੰਦ ਵੀ ਕਹਿ ਦਿੰਦੇ, ਉਹਨਾਂ ਨੂੰ ਦੇ ਦਿਓ। ਤੇ ਗੁਰੂ ਸਾਹਿਬ ਬੇਪਰਵਾਹ ਸਨ। ਸੱਚੇ ਪਾਤਸ਼ਾਹ ਨੂੰ ਤੇ ਕਿਸੇ ਮਾਇਆ, ਕਿਸੇ ਪਦਾਰਥ, ਕਿਸੇ ਜੱਗ ਦੀ ਗੱਲਬਾਤ ਨਾਲ ਕੋਈ ਲੈਣ ਦੇਣੀ ਨਹੀਂ ਹੈ। ਮੂਲ ਚੰਦ ਇਸੇ ਥਾਂ ਤੇ ਖੜੇ
बड़े प्रसन्न होए। पुन तुम ज्यों मन होए, रजाए पनीजिए। हो करो काज में जोए, दास लख लीजिए। ਹੁਣ ਸਮੇਂ ਦਾ ਨਵਾਬ ਕਹਿੰਦਾ ਮਰਦ ਮੇਰੇ ਕੋਲ ਅੱਧੀ ਮਾਇਆ ਰਹੇਗੀ, ਜਿਵੇਂ ਆਪ ਜੀ ਦਾ ਹੁਕਮ ਹੋਵੇ ਮੈਂ ਉਸੇ ਤਰ੍ਹਾਂ ਕਰੂੰ, ਤੁਹਾਡੇ ਹੁਕਮ ਤੋਂ ਬਾਹਰ ਨਹੀਂ। ਸਤਿਗੁਰ ਕਹਿੰਦੇ ਦਰਵੇਸ਼ਾਂ ਨੂੰ ਦੇ ਦਿਓ, ਫਕੀਰਾਂ ਨੂੰ ਦੇ ਦਿਓ, ਨਵਾਬ ਸਭ ਰੱਖੀ ਕਿਉਂ ਹੋਈ ਮਾਇਆ। ਤੁਸੀਂ ਧਰਮੀ ਹੋ, ਧਰਮ ਦੇ ਇਮਾਨ ਵਿੱਚ ਪੱਕੇ ਹੋ, ਜੇ ਮਾਇਆ ਰੱਖੀ ਸੀ ਸੰਭਾਲ ਕੇ ਤੇ ਤਾਂਹੀਓ ਫਸਾਦ ਪਏ। ਇਸ ਮਾਇਆ ਨੂੰ ਜਿੰਨਾ ਸੰਭਾਲੋਗੇ ਉਨੀ ਦੁਖਦਾਈ ਹੈ, ਕਿਉਂਕਿ ਇਮਾਨਤ ਕਰਾਈ। ਇਹਨੂੰ ਵੰਡ ਦਿਓ। ਕਹਿੰਦਾ ਮਰਦ ਜਿਵੇਂ ਆਪ ਜੀ ਦਾ ਹੁਕਮ ਹੈ ਮੈਨੂੰ ਉਸੇ ਤਰ੍ਹਾਂ ਪ੍ਰਵਾਨ ਹੈ। ਨਵਾਬ ਨੇ ਮਸਜਿਦ ਤੋਂ ਆਉਣ ਸਾਰ ਇਹ ਮਾਇਆ ਨੂੰ ਵੰਡਣ ਦਾ ਹੁਕਮ ਆਪਣੇ ਰਾਜ ਵਿੱਚ ਕੀਤਾ ਸੀ। ਉਹਨਾਂ ਸਮਿਆਂ ਦੇ 760 ਥੋੜੇ ਨਹੀਂ ਸੀ ਹੁੰਦੇ, ਅੱਧੀ ਮਾਇਆ ਰਹੀ। ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਨਵਾਬ ਨੂੰ ਉਪਦੇਸ਼ ਦਿੱਤਾ, ਕੋਲ ਖੜਿਆ ਕਾਜੀ ਡੁੰਨ ਵੱਟਾ ਹੋਇਆ ਖੜਿਆ, ਉਹਨੂੰ ਆਪਣੇ ਕੀਤੇ ਤੇ ਬੜਾ ਪਛਤਾਵਾ। ਕਹਿੰਦਾ ਸੀ ਨਾ ਨਵਾਬ ਦਾ ਮਨ ਹੀ ਘੋੜੇ ਖਰੀਦਦਾ ਫਿਰਦਾ ਜੀ, ਮੇਰਾ ਮਨ ਤੇ ਲੱਗਿਆ ਸੀ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਸਤਿਗੁਰ ਕਹਿੰਦੇ ਉਹ ਤੇ ਫੇਰ ਘੋੜੇ ਖਰੀਦ ਕੇ ਮੁੜੇ ਆਇਆ, ਤੂੰ ਤੇ ਘੋੜੀ ਦਾ ਬਸ਼ੀਰਾ ਹੀ ਬਚਾਉਂਦਾ ਹੈ, ਤੂੰ ਤੇ ਧਰਮੀ ਹੋ ਕੇ ਵੀ ਧਰਮ ਦੇ ਨੇੜੇ ਨਹੀਂ। ਕਹਿੰਦੇ ਉਸ ਕਾਜੀ ਨੂੰ ਅੰਦਰੋਂ ਅੰਦਰ ਬੜਾ ਦੁੱਖ ਮਹਿਸੂਸ ਹੋਇਆ ਵੀ ਮੇਰੇ ਧਰਮ ਦੇ ਟਿਕਾਣੇ ਤੇ ਮੇਰੀ ਧਰਮ ਦੀ ਥਾਂ ਤੇ ਮੈਨੂੰ ਜਲੀਲ ਕਰਦਾ। ਵੇਖੋ ਇਹ ਬਿਰਤੀ ਦਾ ਫਰਕ ਹੈ। ਇੱਕ ਪਾਸੇ ਨਵਾਬ ਜਿਹੜਾ ਰਾਜਾ ਹੋ ਕੇ ਵੀ ਸਤਿਗੁਰਾਂ ਦੇ ਚਰਨ ਫੜ ਕੇ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ, ਦਇਆ ਕਰੋ, ਮੈਨੂੰ ਉਪਦੇਸ਼ ਬਖਸ਼ੋ, ਮੈਥੋਂ ਗਲਤੀ ਹੋ ਗਈ। ਇੱਕ ਹੰਕਾਰ ਦਾ ਭਰਿਆ ਮੰਨਣ ਨੂੰ ਤਿਆਰ ਨਹੀਂ ਸੀ, ਪਰ ਨਵਾਬ ਨੂੰ ਵੇਖ ਸਲਾਮ ਕਰਦਾ, ਕਿਉਂਕਿ ਨਵਾਬ ਝੁਕਿਆ ਹੋਇਆ ਸਤਿਗੁਰਾਂ ਦੀ ਇੱਜ਼ਤ ਕਰਦਾ ਹੈ। ਇਸੇ ਕਰਕੇ ਕਾਜੀ ਵੀ ਗੁਰਾਂ ਨੂੰ ਨਮਸਕਾਰ ਕਰਦਾ ਏ। ਸ਼੍ਰੀ ਮੁਖ ਕਹੈ ਤੁਮਾਰ ਜੋ, ਮਨ ਮਹਿ ਆਵਈ। ਤਿਸ ਵਿਦ ਕਰੀਏ ਆਪ, ਨਾ ਕੋਈ ਹਟਾਵਈ। ਸਤਿਗੁਰੂ ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਨਵਾਬ ਸਾਹਿਬ ਅੱਜ ਤੋਂ ਬਾਅਦ ਜੋ ਤੁਹਾਡਾ ਚਿੱਤ ਕਰਦਾ ਕਰ ਲਿਆ ਕਰੋ, ਕਿਉਂਕਿ ਹੁਣ ਤੁਹਾਡੇ ਤੇ ਮੇਰੇ ਫੈਸਲਿਆਂ ਵਿੱਚ ਫਰਕ ਨਹੀਂ ਹੈ। ਇਹ ਹੈ ਪ੍ਰੇਮ ਦੀ ਨਿਸ਼ਾਨੀ। ਕੋਈ ਸਮਾਂ ਸੀ ਜਦ ਨਵਾਬ ਸਤਿਗੁਰਾਂ ਨੂੰ ਬੇਗਾਨਾ ਸਮਝਦਾ ਸੀ, ਪੁੱਛਦਾ ਸੀ ਇੱਕ ਵਾਰ ਸਲਾਹ ਲੈ ਲਓ ਪੈਸਿਆਂ ਦਾ ਕੀ ਕਰਨਾ। ਅੱਜ ਮਰਦ ਕਹਿੰਦੀ ਮਰਜ਼ੀ ਆ ਤੇਰੀ, ਭਾਵੇਂ ਸਾਰੇ ਵੰਡ ਦੇ, ਗਰੀਬਾਂ ਨੂੰ ਵੰਡ, ਲੋੜਵੰਦਾਂ ਨੂੰ ਵੰਡ, ਭਾਵੇਂ ਕੋਲ ਰੱਖ ਲੈ। ਨਵਾਬ ਸਾਡੇ ਕੋਲ ਇਸ ਮਾਇਆ ਦਾ ਜ਼ਿਕਰ ਨਾ ਕਰੀ, ਕਿਉਂਕਿ ਇਹ ਮਾਇਆ ਸਾਡੀ ਨਹੀਂ। ਸਾਡੀ ਕਿਉਂ ਨਹੀਂ? ਨਾ ਨਾਲ ਆਈ ਹੈ ਤੇ ਨਾ ਨਾਲ ਇਹਨੇ ਜਾਣਾ। ਸਤਿਨਾਮ। ਇਹ ਸਿਰਫ ਦੁਨੀਆ ਵਿੱਚ ਵਰਤਣ ਵਾਸਤੇ, ਮਾਇਆ ਵਰਤਣ ਲਈ ਹੈ ਜੀ। ਜ਼ਿੰਦਗੀ ਚਲਾਉਣ ਵਾਸਤੇ ਮਾਇਆ ਹੁੰਦੀ ਹੈ, ਜ਼ਿੰਦਗੀ ਤੇ ਭਾਰ ਰੱਖਣ ਵਾਸਤੇ ਮਾਇਆ ਨਹੀਂ ਹੈ। ਅੱਜ ਦੁਨੀਆ ਮਾਇਆ ਸਿਰਫ ਇਕੱਠੀ ਕਰ ਰਹੀ ਹੈ, ਸੰਭਾਲ ਰੱਖਦੀ ਹੈ, ਜਦ ਕਿ ਇਸ ਮਾਇਆ ਨੇ ਜ਼ਿੰਦਗੀ ਸੰਭਾਲਣੀ ਸੀ। ਇਸ ਮਾਇਆ ਨੇ ਕੁਝ ਦੁਨਿਆਵੀ ਸੁੱਖ ਦੇਣੇ ਸੀ, ਜਿਹੜੀ ਸੁੱਖਾਂ ਵਾਸਤੇ ਸੀ ਉਹ ਸੁੱਖਾਂ ਲਈ ਵਰਤੀ ਨਹੀਂ ਹੈ, ਚਿੰਤਾ ਲਈ ਵਰਤੀ ਹੈ। ਗੁਰੂ ਸਾਹਿਬ ਕਹਿੰਦੇ ਨਵਾਬ ਸਾਹਿਬ ਹੁਣ ਤੁਸੀਂ ਸ਼ੁੱਧ ਹੋ ਚੁੱਕੇ ਹੋ, ਤੁਹਾਡਾ ਮਨ ਅੰਦਰੋਂ ਇਕਾਗਰ ਚਿੱਤ ਹੋ ਗਿਆ ਏ। ਕਹਿ ਕਰਮ ਅਨਕੇਤ, ਮਸੀਤੈ ਤੇ ਚਲੇ। ਹੋ ਜਗ ਜਿਨ ਭਗਤ ਦੜਾਏ, ਚਲਾਏ ਮਗ ਭਲੇ। ਨਵਾਬ ਨੂੰ ਉਪਦੇਸ਼ ਦੇਣ ਤੋਂ ਬਾਅਦ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਿਕਲੇ ਨੇ ਮਸਜਿਦ ਤੋਂ ਬਾਹਰ। ਕਿਰਪਾ ਦੇ ਘਰ ਸਹਿਜ ਸੁਭਾਅ ਆਖਦੇ ਆ, ਕਹਿੰਦੇ ਚੱਲ ਬਾਲਿਆ ਘਰ ਚੱਲੀਏ। ਪਿਛਲੇ 6-7 ਮਹੀਨਿਆਂ ਤੋਂ ਮੜੀਆਂ ਵਿੱਚ ਹੀ ਡੇਰਾ ਹੈ, ਸ਼ਮਸ਼ਾਨ 'ਚ ਹੀ ਬੈਠੇ ਆ। ਇੱਕ ਦਿਨ ਵੀ ਕਿਸੇ ਦੇ ਬੁਲਾਇਆ ਸਤਿਗੁਰ ਘਰ ਨਹੀਂ ਸੀ ਆਏ, ਅੱਜ ਕਿਰਪਾ ਦੇ ਘਰ ਚ ਆਏ। ਅੰਦਰੋਂ ਹੀ ਪ੍ਰਸੰਨਤਾ ਹੈ। ਕਹਿੰਦੇ ਚੱਲ ਘਰ ਚੱਲੀਏ। ਘਰੇ ਜੈਰ ਰਾਮ ਬੜੇ ਦੁਖੀ ਬੈਠੇ ਆ, ਪਤਾ ਨਹੀਂ ਮਸਜਿਦ ਵਿੱਚ ਕੀ ਹੋਇਆ ਹੋਣਾ, ਕਿਉਂਕਿ ਫਿਲਹਾਲ ਇਸ ਸਮੇਂ ਦੇ ਵਿੱਚ ਜੋ ਨਿਦਾ ਪੁਰੋਹਿਤ ਹੈ ਉਹ ਸਾਰਾ ਦ੍ਰਿਸ਼ ਵੇਖਦਾ ਸੀ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਚਲੋ ਪਿਆਰਿਓ ਘਰ ਨੂੰ ਜਾਈਏ। ਹੁਣ ਸਤਿਗੁਰਾਂ ਨੂੰ ਮਿਲਣ ਵਾਸਤੇ ਸਾਰਾ ਪਿੰਡ ਇਕੱਠਾ ਹੋਇਆ ਜੀ। ਜਿਹੜੇ ਲੋਕ ਕਦੇ ਭੂਤਨਾ ਕਹਿੰਦੇ ਸੀ, ਬੇਤਾਲਾ ਕਹਿੰਦੇ ਸੀ, ਝੱਲਾ ਕਹਿੰਦੇ ਸੀ, ਦੂਰ ਭੱਜਦੇ ਸੀ, ਅੱਜ ਉਹ ਮੱਥੇ ਟੇਕਦੇ ਫਿਰਦੇ ਆ। ਕਹਿੰਦੇ ਕਈ ਘੰਟਿਆਂ ਦਾ ਸਮਾਂ ਇੱਥੇ ਲੱਗ ਗਿਆ। ਜਿਹੜਾ ਆਇਆ ਕਰੇ ਭੱਜ ਕੇ ਚਰਨੀ ਮੱਥਾ। ਹੁਣ ਜਿਹੜੇ ਪਿਆਰ ਸਤਿਗੁਰਾਂ ਨੂੰ ਕਰਦੇ ਸੀ ਉਹਨਾਂ ਦੀ ਗੱਲ ਵੱਖਰੀ ਹੈ, ਜਿਹੜੇ ਕਦੇ ਨਿੰਦਿਆ ਵੀ ਕਰਦੇ ਸੀ ਨਾ। ਜਦ ਉਹਨਾਂ ਵੇਖਿਆ ਵੀ ਸਾਡੇ ਨਵਾਬ 'ਚ ਹਉਮੈ ਨਾ ਰਹੀ,
ਉਹਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਧਾਰਨ ਕਰ ਲਿਆ, ਆਪਣਾ ਪੀਰ ਮੰਨ ਲਿਆ। ਅਸੀਂ ਕਿਉਂ ਜਿੱਦਾਂ ਕਰਦੇ? ਉਹ ਵੀ ਆਪਣੀਆਂ ਗਲਤੀਆਂ ਬਖਸ਼ਾਉਂਦੇ ਹਨ। ਨਿਸ਼ਚੈ ਭਇਓ ਨਿਬਾਵ, ਨਾ ਪੁਨ ਮਨ ਡੋਲਿਆ। ਮਹਾਕਵੀ ਭਾਈ ਸੰਤੋਖ ਸਿੰਘ ਦੱਸ ਰਹੇ ਆ, ਕਹਿੰਦੇ ਇਸ ਦਿਨ ਤੋਂ ਬਾਅਦ ਸੁਲਤਾਨਪੁਰ ਲੋਧੀ ਦਾ ਨਵਾਬ ਡੋਲਿਆ ਨਹੀਂ, ਪਰ ਪੱਕ ਨਿਸ਼ਚਾ ਅਡੋਲ ਨਿਸ਼ਚਾ ਗੁਰੂ ਨਾਨਕ ਸਾਹਿਬ ਤੇ ਬਣਾ ਲਿਆ। ਨਿਸ਼ਚਾ ਪਹਿਲਾਂ ਵੀ ਰੱਖਦਾ ਸੀ ਪਰ ਡੋਲ ਜਾਂਦਾ ਸੀ। ਲੋਕਾਂ ਦੀਆਂ ਨਿੰਦਿਆਵਾਂ, ਲੋਕਾਂ ਦੀਆਂ ਚੁਗਲੀਆਂ ਸੁਣ ਲੈਂਦਾ ਸੀ ਕਿ ਗੁਰੂ ਸਾਹਿਬ ਏਦਾਂ ਕਰਦੇ ਆ, ਮੋਦੀ ਖਾਨਾ ਉਜੜ ਜਾਊਗਾ, ਆਹ ਹੋ ਜਾਏਗਾ, ਉਹ ਭੱਜ ਜਾਏਗਾ। ਪਰ ਹੁਣ ਜਦੋਂ ਸਤਿਗੁਰਾਂ ਦੇ ਚੋਜ ਅੱਖੀ ਵੇਖੇ ਨਾ, ਬਚਨ ਕੰਨਾਂ ਨਾਲ ਸੁਣੇ ਆ, ਅੱਜ ਤੋਂ ਨਿਸ਼ਚਾ ਵੱਜ ਗਿਆ ਵੀ ਆਪ ਰੱਬੀ ਰੂਲ ਹੈ, ਆਪ ਪਰਮਾਤਮਾ ਨੇ, ਪਰਮੇਸ਼ਵਰ ਨੇ ਨਵਾਬ ਚੱਲ ਕੇ ਆਪਣੇ ਮਹਿਲਾਂ ਵਿੱਚ ਆਇਆ। ਹੁਣ ਸਤਿਗੁਰਾਂ ਨੂੰ ਵੇਖ ਕਾਇਲ ਹੋ ਚੁੱਕੇ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰਾਂ ਦਾ ਪ੍ਰਭਾਵ ਜੀਵਨ ਤੇ ਪੈਣ ਲੱਗਿਆ ਏ। ਔਰ ਸੁਖ ਪਾਏ ਆਮੋਲ, ਵਿਸਾਲ ਨਾ ਬੋਲਿਆ। ਹੁਣ ਨਵਾਬ ਕਹਿੰਦੇ ਅੰਦਰੋਂ ਸੁਖੀ ਬੜਾ ਹੈ। ਸੁਖੀ ਹੋਣ ਦਾ ਭਾਵ ਕੀ ਸੀ? ਕਿੱਦਾਂ ਸੁਖੀ ਹੋਇਆ? ਕਹਿੰਦੇ ਉਹਨੇ ਦੁਨੀਆ ਨੂੰ ਬੁਲਾਉਣਾ ਛੱਡ ਦਿੱਤਾ, ਚੁੱਪ ਰਹਿਣ ਲੱਗ ਗਿਆ। ਚੁੱਪ ਰਹਿਣ ਵਾਲੇ ਜ਼ਿੰਦਗੀ, ਬੰਦਿਆਂ ਦੀ ਜ਼ਿੰਦਗੀ 'ਚ ਸਕੂਨ ਬਹੁਤਾ ਬੋਲਣ ਵਾਲਿਆਂ ਨੂੰ ਤੇ ਇਹ ਨਹੀਂ ਪਤਾ ਹੁੰਦਾ ਵੀ ਬੋਲ ਕੀ ਗਏ, ਕਿੱਥੇ ਕੀ ਕਿਹਾ ਸੀ ਤੇ ਕੀ ਕਹਿਣਾ। ਜਦ ਇਨਸਾਨ ਬਹੁਤਾ ਬੋਲਣ ਵਾਲਾ ਚੁੱਪ ਰਹਿਣ ਲੱਗ ਜੇ, ਸਮਝੋ ਆਪਣੀ ਜ਼ਿੰਦਗੀ 'ਚ ਮਸਤ ਮੌਲਾ ਤੇ ਪ੍ਰਸੰਨ ਹੈ, ਉਹ ਖੁਸ਼ ਹੈ। ਖੁਸ਼ ਬੰਦੇ ਦੀ ਨਿਸ਼ਾਨੀ ਹੈ ਘੱਟ ਬੋਲਦਾ ਹੈ। ਖੁਸ਼ ਬੰਦੇ ਦੀ ਨਿਸ਼ਾਨੀ ਹੈ ਦੁਨੀਆ ਦੇ ਕੰਮਾਂ ਵਿੱਚ ਲੱਤ ਨਹੀਂ ਡਾਉਂਦਾ, ਬੇਪਰਵਾਹ ਰਹਿੰਦਾ, ਆਪਣੇ ਆਨੰਦ 'ਚ ਰਹਿੰਦਾ। ਬੇਸ਼ੱਕ ਉਹਨੂੰ ਵੇਖ ਬੜੇ ਸੜਦੇ ਹੋਣਗੇ, ਬੜੇ ਕਲਪਦੇ ਹੋਣਗੇ, ਬੋਲਦਾ ਨਹੀਂ, ਇਹ ਫਾਲਤੂ ਨਹੀਂ ਵਿਚਰਦਾ ਸਾਡੇ ਨਾਲ, ਸਾਡੀ ਮੰਨਦਾ ਨਹੀਂ, ਪਰ ਉਹ ਕਹਿੰਦਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਮੈਂ ਖੁਸ਼ ਬੜਾ, ਆਨੰਦ ਬੜਾ। ਸਮੇਂ ਦਾ ਨਵਾਬ ਜਿਹੜਾ ਕਦੇ ਆਪਣੀ ਕਚਹਿਰੀ ਵਿੱਚ ਬਹਿ ਕੇ ਹਾਸੇ ਠੱਠੇ ਕਰਦਾ ਸੀ, ਵਾਧੇ ਘਾਟੇ ਦੀਆਂ ਗੱਲਾਂ ਕਰਦਾ ਸੀ, ਉਹ ਨਵਾਬ ਹੁਣ ਕਚਹਿਰੀ ਵਿੱਚ ਚੁੱਪ ਰਹਿੰਦਾ ਹੈ। ਕਿਉਂ? ਜਿਹਦੇ ਬਚਨ ਗੁਰੂ ਨਾਨਕ ਸਾਹਿਬ ਨਾਲ ਹੋ ਗਏ, ਉਹਨੇ ਦੁਨੀਆ ਨਾਲ ਕੀ ਕਰਨਾ। ਅੰਦਰ ਦਾ ਆਨੰਦ ਇੰਨਾ ਬਣ ਗਿਆ, ਉਹ ਕਹਿੰਦਾ ਮੈਂ ਜ਼ਮਾਨੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਜੀਵਨ ਤੇ ਆਪਣੇ ਸਵਾਸ ਖਰਚਤ ਕਿਉਂ ਕਰਾਂ? ਖੁਸ਼ ਰਿਹਾ ਕਰੇ, ਆਨੰਦ ਚ ਰਿਹਾ ਕਰੇ। ਹੁਣ ਖੁਸ਼ ਰਹਿਣ ਵਾਲਾ ਵਿਸ਼ਾਲ ਹੁੰਦਾ ਹੈ, ਵੱਡਾ ਹੁੰਦਾ ਹੈ। ਜ਼ਿੰਦਗੀ 'ਚ ਖੁਸ਼ੀ ਕੀ ਹੈ? ਬਹੁਤਾ ਚੁੱਪ ਰਹਿਣ ਵਾਲੇ, ਆਪਣੇ ਫੈਸਲੇ ਆਪ ਕਰਨ ਵਾਲੇ ਬੰਦੇ ਛੇਤੀ ਦੁਖੀ ਨਹੀਂ ਹੁੰਦੇ। ਲੋਕਾਂ ਦੀਆਂ ਮੰਨਣ ਵਾਲੇ, ਆਪਣੇ ਦੁੱਖ ਦੁਨੀਆ ਨੂੰ ਸੁਣਾਉਣ ਵਾਲੇ, ਹਰੇਕ ਨੂੰ ਆਪਣਾ ਬਣਾਉਣ ਵਾਲੇ, ਬਹੁਤਾ ਰੌਲਾ ਪਾਉਣ ਵਾਲੇ ਜੀਵਨ ਵਿੱਚ ਇੱਕ ਪਲ ਵੀ ਸੁਖੀ ਨਹੀਂ ਹੁੰਦੇ। ਆਖੋ ਸਤਿਨਾਮ। ਮਰਦ ਨੇ ਕਿਹਾ ਸੀ ਮਨ ਚੰਚਲ ਹੈ। ਜਦੋਂ ਮਨ ਦੀ ਚੰਚਲਤਾ ਬੰਦ ਹੋ ਗਈ, ਨਵਾਬ ਦੀ ਅੱਖ ਟਿਕਾਣੇ ਆ ਗਈ, ਕੰਨ ਟਿਕਾਣੇ ਆ ਗਈ, ਜ਼ੁਬਾਨ ਟਿਕਾਣੇ ਆ ਗਈ, ਹਿਰਦਾ ਟਿਕਾਣੇ ਆ ਗਿਆ। ਆਨੰਦ ਜੀ ਹੈ, ਉਹਨੂੰ ਸਮਝ ਆ ਗਈ ਵੀ ਮੈਂ ਜੱਗ ਤੇ ਜੀਵਨ ਨੂੰ ਜਿਉਣ ਆਇਆ, ਮੈਂ ਦੁਨੀਆ ਦੀ ਗੁਲਾਮੀ ਕਰਨ ਨਹੀਂ ਆਇਆ, ਮੈਂ ਸਮਾਜ ਨੂੰ ਸਫਾਈਆਂ ਦੇਣ ਵਾਸਤੇ ਨਹੀਂ ਆਇਆ, ਮੇਰਾ ਜੀਵਨ ਸਿਰਫ ਮੇਰੇ ਵਾਸਤੇ ਹੈ, ਕਿਸੇ ਹੋਰ ਵਾਸਤੇ ਨਹੀਂ ਹੈ। ਸੱਚਮੁੱਚ ਤੁਸੀਂ ਆਪਣੀ ਜ਼ਿੰਦਗੀ ਆਪਣੇ ਲਈ ਜਿਉਣੀ ਹੈ, ਕਿਸੇ ਲਈ ਥੋੜਾ। ਅਸੀਂ ਲੋਕਾਂ ਲਈ ਆਪਣਾ ਜੀਵਨ ਨਰਕ ਬਣਾਇਆ ਹੋਇਆ ਹੈ, ਤੇ ਲੋਕ ਖੁਸ਼ ਨਾ ਪਹਿਲਾਂ ਸੀ ਤੇ ਨਾ ਅੱਜ ਨੇ। ਆਖੋ ਸਤਿਨਾਮ। ਇਹ ਨਹੀਂ ਖੁਸ਼। ਉਹ ਨਵਾਬ ਜਿਹੜਾ ਕਦੇ ਆਪਣੇ ਕੈਬਨਿਟ ਮੰਤਰੀਆਂ ਦੀ, ਵਜ਼ੀਰਾਂ ਦੀ ਚਮਚਾਗਿਰੀਆਂ ਵੀ ਕਰ ਜਾਂਦਾ ਸੀ, ਹਾਸੇ ਦੀਆਂ ਗੱਲਾਂ ਵੀ ਕਰਦਾ ਸੀ, ਵਾਧੇ ਘਾਟੇ ਕਰਦਾ ਰਹਿੰਦਾ ਸੀ। ਕਹਿੰਦੇ ਇਨਸਾਫ ਕਰਨ ਲੱਗ, ਧਰਮ ਨੂੰ ਪ੍ਰੇਮ ਕਰਦਾ ਹੈ, ਪ੍ਰੀਤ ਕਰਦਾ ਹੈ, ਚੁੱਪ ਰਹਿੰਦਾ। ਜਦੋਂ ਨਵਾਬ ਚੁੱਪ ਰਹਿਣ ਲੱਗਿਆ, ਬਾਕੀ ਕਚਹਿਰੀ ਸਮਝ ਗਈ ਵੀ ਇਹ ਹੁਣ ਫਾਲਤੂ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ। ਇਸ ਤੇ ਕਿਰਪਾ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਮਨੁਜ ਪਰਸ ਪਰ ਭਨਤ, ਭਇਓ ਬਿਰਤਾਂਤ ਜੋ, ਹੋ ਅੰਤਰ ਜਾਮੀ ਅਹੈ, ਬਤਾਈ ਬਾਤ ਜੋ। ਸੁਲਤਾਨਪੁਰ ਲੋਧੀ ਦੀ ਗਲੀ ਗਲੀ ਚਰਚਾ ਤੇ ਰੌਲਾ ਪੈਂਦਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਪਦੇਸ਼ ਬਖਸ਼ਿਆ ਜੀ ਸਮੇਂ ਦੇ ਨਵਾਬ ਨੂੰ, ਰਾਜੇ ਨੂੰ। ਕਹਿੰਦੇ ਗੁਰੂ ਸਾਹਿਬ ਅੰਤਰਜਾਮੀ ਨੇ, ਉਹਨਾਂ ਦਿਲ ਦੀਆਂ ਗੱਲਾਂ ਪੜ੍ਹ ਲਈਆਂ, ਖੁੱਡ ਚਰਚਾ ਬਣ, ਬੱਚਾ ਗੱਲਾਂ ਕਰਦਾ ਹੈ, ਕਿਉਂਕਿ ਇਹ ਪ੍ਰਤੱਖ ਵੇਖਿਆ ਹੋਇਆ ਸੀ, ਸੁਣਿਆ ਨਹੀਂ, ਲੋਕਾਂ ਨੇ ਵੇਖਿਆ। ਜਦੋਂ ਸਤਿਗੁਰ ਮਸਜਿਦ ਵਿੱਚ ਗਏ ਆ, ਨਵਾਬ ਕਹਿੰਦਾ ਮੇਰੇ ਨਾਲ ਆ ਕੇ ਨਮਾਜ਼ ਪੜ੍ਹੋ। ਕਿੰਨੀ ਦੁਨੀਆ ਦਾ ਤਮਾਸ਼ਾ ਬਣ ਗਿਆ ਸੀ, ਸਾਰਾ ਜ਼ਮਾਨਾ ਵੇਖਣ ਆ ਗਿਆ। ਅੱਜ ਗੁਰੂ ਸਾਹਿਬ ਦੀ ਮਹਿਮਾ ਘਰ ਘਰ ਹੋ ਰਹੀ ਹੈ, ਤੇ ਹੁਣ ਨਵਾਬ ਨੂੰ ਇਹ ਗੁੱਸਾ ਨਹੀਂ ਲੱਗਦਾ ਮੈਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸੇਵਕ ਹੈ, ਉਹਨੂੰ ਖੁਸ਼ੀ ਹੁੰਦੀ ਹੈ। ਕਿਉਂਕਿ ਜਦੋਂ ਪ੍ਰੇਮ ਹੁੰਦਾ ਆਨੰਦ,
ਤੇ ਜਦੋਂ ਪ੍ਰੇਮ ਕਰਨ ਵਾਲੇ ਨਾਲ ਕੋਈ ਜੋੜਦਾ ਹੈ, ਅੰਦਰੋਂ ਸੰਤੁਸ਼ਟੀ ਮਿਲਦੀ ਹੈ, ਅੰਦਰੋਂ ਆਨੰਦ ਮਿਲਦਾ ਹੈ। ਤੇ ਜਦ ਕਿਸੇ ਨਾਲ ਰਿਸ਼ਤਾ ਨਾ ਹੋਵੇ, ਪ੍ਰੇਮ ਨਾ ਹੋਵੇ, ਕੋਈ ਜੋੜੇ ਤੇ ਦੁੱਖ ਲੱਗਦਾ। ਜਦੋਂ ਕਹਿੰਦੇ ਆ ਵੀ ਨਵਾਬ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਸੇਵਕ ਬਣ ਗਿਆ ਜੀ, ਇਹਨੇ ਮਨ ਨੂੰ ਪੀਰ ਮੰਨ ਲਿਆ, ਇਹ ਮੁਰੀਦ ਬਣਿਆ ਫਿਰਦਾ ਹੈ, ਤੇ ਨਵਾਬ ਕਹਿੰਦਾ ਸੁਭਾਗ ਹੈ ਮੇਰਾ, ਭਾਗ ਨੇ ਵੱਡੇ ਜਿਸ ਗੁਰੂ ਨਾਨਕ ਸਾਹਿਬ ਨੂੰ ਮੈਂ ਕਦੇ ਸਮਝ ਨਹੀਂ ਸਕਿਆ, ਜਿਨ੍ਹਾਂ ਦੀ ਮਹਿਮਾ ਨੂੰ ਮੈਂ ਕਦੇ ਜਾਣ ਨਹੀਂ ਸਕਿਆ। ਅੱਜ ਐਸੀ ਕਿਰਪਾ ਸਤਿਗੁਰਾਂ ਨੇ ਕੀਤੀ, ਨਗਰ ਦੀ ਸੰਗਤ ਬੱਚਾ ਬੱਚਾ ਕਹਿੰਦਾ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਵਰ ਨੇ, ਉਹ ਪਰਮਾਤਮਾ ਨੇ। ਦੋਹਰ ਸੁਣ ਨਿੱਦਾ ਦਿਜਵਰ ਸਕਲ, ਧਾਵਾ ਸੁਧ ਕੇ ਹੇਤ, ਦੁਖਤ ਸਰਬ ਪਰਵਾਰ ਜੋ, ਵੈਸੇ ਹੁਤੇ ਨਕੇਤ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਜਾਣ ਦੀ ਤਿਆਰੀ ਕਰਦੇ ਆ। ਸਤਿਗੁਰਾਂ ਤੋਂ ਪਹਿਲਾਂ ਨਿੱਧਾ ਪੁਰੋਹਿਤ ਜੋ ਜੈ ਰਾਮ ਜੀ ਦੀ ਕੁੱਲ ਦਾ ਪੰਡਤ ਹੈ, ਖਬਰ ਦੇਣ ਵਾਸਤੇ ਭੱਜਿਆ ਗਿਆ। ਜਦ ਇਹ ਭੱਜਿਆ ਘਰੇ ਆਇਆ, ਅੱਗੇ ਜੈ ਰਾਮ ਜੀ ਚੁੱਪਚਾਪ ਬੈਠੇ, ਬੜੀ ਚਿੰਤਾ 'ਚ ਬੈਠੇ ਆ। ਪਤਾ ਨਹੀਂ ਕੀ ਹੋਊਗਾ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧਰਮ ਤਬਦੀਲ ਕਰਤਾ, ਜੇ ਅੱਜ ਉਹਨਾਂ ਨੂੰ ਨਮਾਜ਼ ਪੜ੍ਹਾ ਦਿੱਤੀ, ਜੇ ਉਹਨਾਂ ਅੱਲਾਹੂ ਅਕਬਰ ਕਹਿ ਦਿੱਤਾ, ਮੈਂ ਕੀ ਜਵਾਬ ਦਿਆਂ? ਕਹਿੰਦੇ ਸਾਹਮਣੇ ਭੋਜਨ ਪਿਆ ਸੀ, ਛਕਿਆ ਨਹੀਂ, ਛਕ ਨਹੀਂ ਪਾ ਰਹੇ, ਬੁਰਕੀ ਅੰਦਰ ਨਹੀਂ ਲੰਘਦੀ। ਐਨੇ ਨੂੰ ਨਿੱਧਾ ਪੁਰੋਹਿਤ ਦੌੜਿਆ ਦੌੜਿਆ ਵਿਹੜੇ ਵਿੱਚ ਆਣ ਪੁੱਜਿਆ ਏ। ਅੜਿਲ ਕਹਿਓ ਆਨ ਜਜਮਾਨ, ਵਧਾਇਓ ਸੁਖ ਭਇਓ, ਔਰ ਹਰ ਖੋ ਹਰ ਭਰਮ, ਸੋ ਜਸ ਜਗ ਮੇ ਛਿਓ। ਉਸ ਵੇਲੇ ਨਿੱਧਾ ਪੁਰੋਹਿਤ ਭੱਜ ਕੇ ਜਦੋਂ ਘਰ ਦੇ ਅੰਦਰ ਆਇਆ, ਕਹਿੰਦਾ ਮੇਰੇ ਜਜਮਾਨ, ਮੇਰੇ ਮਾਲਕ ਜੈ ਰਾਮ ਦੀ ਵਧਾਈ ਹੋ। ਜੈ ਰਾਮ ਇੱਕਦਮ ਬੜੇ ਹੈਰਾਨ, ਵੀ ਅਸੀਂ ਤੇ ਚਿੰਤਾ 'ਚ ਬੈਠੇ, ਕਾਹਦੀਆਂ ਵਧਾਈਆਂ ਦੇਈ ਜਾਂਦੇ? ਕਹਿੰਦਾ ਵਧਾਈ ਹੋਵੇ, ਹੁਣ ਤੇ ਤੁਹਾਡੇ ਤੋਂ ਮਾਇਆ ਲੈ, ਮੇਰਾ ਮੂੰਹ ਮਿੱਠਾ ਕਰਾ ਦਿਓ। ਸੁਨਤ ਸਰੋਨ ਪੁਟਾ ਸੰਗ, ਸੋਮ ਪੀ ਕਰ ਜਬੈ, ਹੋ ਪਿਆਸ ਨ 부ਜੀ ਜਰਾਮ, ਬੋਹਰ ਬੂਝਿਓ ਤਬੈ। ਨਿੱਧੇ ਪੁਰੋਹਿਤ ਦੀਆਂ ਗੱਲਾਂ ਸੁਣ ਕੇ ਨਾ, ਜਦੋਂ ਬਾਰ-ਬਾਰ ਕਹਿੰਦਾ ਵਧਾਈ ਹੋਵੇ, ਮੂੰਹ ਮਿੱਠਾ ਕਰਾਓ, ਜੈ ਰਾਮ ਤੇ ਚਿੰਤਾ 'ਚ ਡੁੱਬੇ ਹੋਏ ਸੀ ਵੀ ਪਤਾ ਨਹੀਂ ਅੱਜ ਮਸਜਿਦ ਵਿੱਚ ਕੀ ਹੋਣਾ ਹੈ। ਇੱਕਦਮ ਨਾ ਸਕੂਨ ਜਿਹਾ ਮਿਲਿਆ, ਅਚਨਚੇਤ ਖੁਸ਼ੀ, ਸਮਝ ਨਹੀਂ ਆਉਂਦਾ ਗੱਲ ਕੀ ਹੋਈ ਹੈ। ਕਹਿੰਦੇ ਇੰਨੀ ਪ੍ਰਸੰਨਤਾ, ਕਹਿੰਦੇ ਨਿੱਧਿਆ ਗੱਲ ਦੱਸ ਪਹਿਲਾਂ ਕੀ ਹੋਈ? ਕਹਿੰਦੇ ਮੈਨੂੰ ਤੇਰੀ ਮੁਸਕਰਾਹਟ, ਤੇਰਾ ਹਾਸਾ ਦੱਸਦਾ ਹੈ ਕੁਝ ਚੰਗਾ ਹੋਇਆ। ਦੇਖੋ ਖੁਸ਼ੀ ਅਤੇ ਚੰਗਾ ਸ਼ਬਦ ਹੋਵੇ ਨਾ ਹੋਵੇ, ਜ਼ਿੰਦਗੀ ਦੇ ਨੇੜੇ ਵੀ ਆ ਗਏ ਤੇ ਬੰਦਾ ਵੈਸੇ ਹੀ ਪ੍ਰਸੰਨ ਰਹਿੰਦਾ, ਵੈਸੇ ਹੀ ਪ੍ਰਸੰਨ ਰਹਿੰਦਾ। ਜੈ ਰਾਮ ਕਹਿੰਦੇ ਦੱਸੇਗਾ ਕੀ ਹੋਇਆ? ਕਹਿੰਦਾ ਪਹਿਲਾਂ ਮਾਇਆ ਦਿਓ, ਵਧਾਈ ਦਿਓ, ਮੈਂ ਫੇਰ ਦੱਸਾਂਗਾ। ਤੁਹਾਡੇ ਦੁੱਖ ਸਾਰੇ ਕੱਟੇ ਜਾਣਗੇ ਜਦ ਮੈਂ ਬੋਲਿਆ, ਤੁਹਾਡੀਆਂ ਚਿੰਤਾਵਾਂ, ਤੁਹਾਡੀਆਂ ਪਰੇਸ਼ਾਨੀਆਂ ਖੰਭ ਲਾ ਕੇ ਉੱਡ ਜਾਣਗੀਆਂ। ਭਾਨੋ ਵਿਪਰ ਬਰ ਸਕਲ ਭਇਓ ਬਿਰਤਾਂਤ ਜਿਉ, ਨਾਨਕ ਬੋਹਰ ਨਿਬਾਬ, ਨਾ ਮੇਰਾ ਸੁਣਾਓ ਤਿਉ। ਜੈ ਰਾਮ ਅਚਰਜ ਹੋ ਕੇ ਆਖਣ ਲੱਗੇ, ਕਹਿੰਦੇ ਚੰਗਾ ਤੈਨੂੰ ਮਾਇਆ ਵੀ ਦੇ ਦਿਆਂਗਾ, ਵਧਾਈ ਵੀ ਦੇ ਦਿਆਂਗਾ, ਪਹਿਲਾਂ ਇਹ ਦੱਸ ਵੀ ਗੁਰੂ ਨਾਨਕ ਸਾਹਿਬ ਨੇ ਨਮਾਜ਼ ਪੜ੍ਹੀ ਜਾਂ ਨਹੀਂ ਪੜ੍ਹੀ? ਕਿ ਨਵਾਬ ਸਾਹਿਬ ਤੇ ਗੁਰੂ ਸਾਹਿਬ ਵਿੱਚ ਕੋਈ ਸਮਝੌਤਾ ਹੋਇਆ ਜਾਂ ਨਹੀਂ? ਵੀ ਚੱਲ ਹੋ ਸਕਦਾ ਨਵਾਬ ਨੂੰ ਤਰਸ ਹੀ ਆ ਗਿਆ ਹੋਵੇ ਵੀ ਮੈਂ ਕੀ ਕਰਦਾ, ਹੋ ਸਕਦਾ ਬਾਤ ਆ ਗਈ ਹੋਵੇ, ਕਿਉਂਕਿ ਅਜੇ ਘਰ ਖਬਰ ਨਹੀਂ ਆਈ। ਸਤਿਗੁਰਾਂ ਦੇ ਟਾਈਮ ਬੇਬੇ ਨਾਨਕੀ ਜੀ ਕੋਲ ਬੈਠੇ ਨੇ, ਆ ਜੋ ਖਬਰ ਸੁਣਾਉਣ ਵਾਸਤੇ ਨਿੱਧਾ ਪੁਰੋਹਿਤ ਆਇਆ ਨੇ, ਪੌੜੀ ਚੜ੍ਹ ਕੇ ਚੁਬਾਰੇ 'ਚ ਆਇਆ ਭੈਣ ਨਾਨਕੀ ਜੀ ਦੇ ਘਰੇ। ਹੁਣ ਜੈ ਰਾਮ ਚਿੰਤਾ 'ਚ ਬੈਠੇ ਆ, ਨਾ ਰੋਟੀ ਚੰਗੀ ਲੱਗਦੀ ਸੀ, ਨਾ ਪਾਣੀ ਚੰਗਾ ਲੱਗਦਾ ਸੀ, ਸਿਰ ਫੜਿਆ ਹੋਇਆ, ਪਤਾ ਨਹੀਂ ਕੀ ਬਣਨਾ। ਹੁਣ ਜਦੋਂ ਨਿੱਧਾ ਪੁਰੋਹਿਤ ਕੋਲ ਆ ਕੇ ਬੈਠਾ, ਉਹ ਸੁਣਨਾ ਚਾਹੁੰਦੇ ਵੀ ਛੇਤੀ ਬੋਲ, ਤੇ ਜਦ ਕਿਸੇ ਨੇ ਖੁਸ਼ਖਬਰੀ ਸੁਣਾਉਣੀ ਹੋਵੇ ਨਾ, ਤੇ ਉਹ ਸੁਣਾਵੇ ਨਾ, ਲਟਕਾਈ ਜਾਵੇ ਤੇ ਗੁੱਸਾ ਵੀ ਆਉਂਦਾ। ਜੈ ਰਾਮ ਆਖਣ ਲੱਗੇ, ਪੁਰੋਹਿਤ ਜੀ ਸਿੱਧੀ ਸਿੱਧੀ ਗੱਲ ਸਾਫ਼-ਸਾਫ਼ ਦੱਸ ਦੇਵੋ। ਕਹਿ ਨਿੱਧਾ ਮੈਂ ਸੁਣੀ ਠਾਂਡ ਨਾਨਕ ਰਹੇ, ਹੋ ਕਰੀ ਨਿਭਾਵ ਨਿਵਾਜ,
ਬਹੁਤ ਨੁਤ ਪੁਨ ਕਹੇ। ਨਿਤਾ ਪ੍ਰੋਹਤ ਆਖਣ ਲੱਗਿਆ ਪਹਿਲੀ ਖੁਸ਼ਖਬਰੀ ਤੇ ਇਹ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨਮਾਜ਼ ਪੜ੍ਹਨ ਵਾਸਤੇ ਗਏ। ਕਾਜੀ ਨੇ ਨਮਾਜ਼ ਪੜ੍ਹੀ, ਨਵਾਬ ਨੇ ਪੜ੍ਹੀ, ਸਾਰੇ ਮੁਸਲਮਾਨਾਂ ਨੇ ਪੜ੍ਹੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧੇ ਹੀ ਖੜੇ ਰਹੇ। ਨਾ ਅੱਲਾਹੂ ਅਕਬਰ, ਨਾ ਕੋਈ ਆਇਤ ਪੜ੍ਹੀ ਹੈ, ਨਾ ਕੋਈ ਸਜਦਾ ਕੀਤਾ ਹੈ, ਕਹਿੰਦੇ ਚੁੱਪਚਾਪ ਖੜੇ ਸੀ। ਨਮਾਜ਼ ਨਹੀਂ, ਮਤਲਬ ਜੇ ਨਮਾਜ਼ ਨਹੀਂ ਪੜ੍ਹੀ ਤੇ ਸਮਝੋ ਧਰਮ ਤਬਦੀਲ ਨਹੀਂ ਹੋਇਆ। ਆਖੋ ਸਤਿਨਾਮ। ਆਪਣੇ ਆਪ ਵਿੱਚ ਸਮੇਂ ਦਾ ਨਵਾਬ ਸਤਿਗੁਰਾਂ ਕੇ ਹੱਥ ਜੋੜ ਕੇ ਖੜੇ ਹੈ। ਜਦੋਂ ਇਹ ਗੱਲ ਸੁਣੀ ਜੈ ਰਾਮ ਨੂੰ ਯਕੀਨ ਜਾ ਨਹੀਂ ਆਇਆ ਵੀ ਜਿਹੜਾ ਨਵਾਬ ਹੁਕਮ ਕਰਦਾ ਹੈ ਵੀ ਐ ਨਾਨਕ ਜੀ ਮੇਰੇ ਕਹੇ ਤੋਂ ਜੇ ਤੁਸੀਂ ਨਾ ਆਏ ਨਾ ਤੁਹਾਨੂੰ ਮੇਰੇ ਸਿਪਾਹੀ ਚੁੱਕ ਕੇ ਲੈ ਕੇ ਆਉਣਗੇ ਸ਼ਮਸ਼ਾਨ ਚੋਂ। ਜਿਹੜਾ ਬੰਦਾ ਇੰਨਾ ਕੱਟੜ ਬੋਲਦਾ ਹੋਵੇ, ਇੰਨਾ ਜ਼ਹਿਰ ਉਗਲਦਾ ਹੋਵੇ, ਤੁਸੀਂ ਮੰਨ ਸਕਦੇ ਹੋ ਹੱਥ ਜੋੜਦਾ ਹੋਵੇ? ਨਿਤਾ ਪ੍ਰੋਹਤ ਕਹਿੰਦਾ ਮੈਂ ਸੁਣਿਆ ਵੀ ਹੈ, ਦੂਰੋਂ ਵੇਖਿਆ ਵੀ ਹੈ, ਪਰ ਮੇਰੀ ਗੁਰੂ ਨਾਨਕ ਸਾਹਿਬ ਜੀ ਨਾਲ ਮੁਲਾਕਾਤ ਨਹੀਂ ਹੋ ਸਕੀ। ਕਿਉਂ? ਕਿਉਂਕਿ ਸਤਿਗੁਰਾਂ ਦੇ ਨਾਲ ਨਵਾਬ ਸੀ, ਕਿੰਨੀ ਦੇਰ ਉਹ ਗੁਰੂ ਸਾਹਿਬ ਨਾਲ ਰਿਹਾ, ਕਾਜੀ ਸਤਿਗੁਰਾਂ ਦੇ ਕੋਲੇ ਖੜਾ ਰਿਹਾ। ਅਸੀਂ ਤੇ ਬਾਹਰੋਂ ਦੇਖਣ ਵਾਲੇ ਦਰਸ਼ਕ ਸੀ ਤੇ ਮੈਂ ਸਤਿਗੁਰਾਂ ਦੇ ਨੇੜੇ ਜਾ ਨਹੀਂ ਸਕਿਆ। ਅਸਲ ਵਿੱਚ ਕੀ ਹੋਇਆ ਤੇ ਗੁਰੂ ਸਾਹਿਬ ਹੀ ਦੱਸਣਗੇ, ਪਰ ਮੇਰੇ ਸੁਣਨ ਦੇ ਮੁਤਾਬਕ, ਮੇਰੇ ਦੇਖਣ ਦੇ ਮੁਤਾਬਕ ਸਤਿਗੁਰਾਂ ਨਮਾਜ਼ ਅਦਾ ਨਹੀਂ ਕੀਤੀ। ਉਸ ਨਵਾਬ ਤਾਈਂ ਗੁਰਾਂ ਕੁਝ ਸਮਝਾਇਆ ਏ। ਅੰਤਰ ਨਹੀਂ ਮਸੀਤ ਸੋ ਬਾਹਰ ਮੈਂ ਸੁਣੀ, ਹਰ ਖਬਰਿਖ ਔਰ ਬਦਤ ਨਾਨਕੀ ਪੁੰਨ ਪਨੀ। ਫਿਰ ਸਮੇਂ ਦਾ ਇਹ ਪੰਡਤ ਜਿਹੜਾ ਦ੍ਰਿਸ਼ ਵੇਖਦਾ ਸੀ ਕਹਿੰਦਾ ਜੀ ਮੈਂ ਮਰਦ ਨੂੰ ਬੁਲਾਇਆ ਤੇ ਹੈ ਨਹੀਂ, ਦੂਰ ਖੜਿਆ ਸੀ, ਮੈਂ ਗੁਰੂ ਸਾਹਿਬ ਨੂੰ ਹੱਸਦੇ ਵੇਖਿਆ, ਹੱਸਦੇ ਨਵਾਬ ਨੂੰ ਵੇਖਿਆ। ਲੋਕ ਕਹਿੰਦੇ ਅੰਦਰ ਚੰਗਾ ਹੋਇਆ, ਨਵਾਬ ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਜੈ ਰਾਮ ਕਹਿੰਦੇ ਉਹ ਨਿਤਿਆ ਖਬਰ ਤੇ ਚੱਲਦੀ ਰਿਹਾ ਕਰ, ਗੱਲ ਤੇ ਪੂਰੀ ਲੈ ਆਉਂਦਾ। ਤੂੰ ਕਹਿੰਦਾ ਮੈਂ ਹੱਸਦੇ ਵੇਖਿਆ, ਮੈਨੂੰ ਨਹੀਂ ਪਤਾ ਅੰਦਰ ਕੀ ਹੋਇਆ, ਮੈਂ ਲੋਕਾਂ ਤੋਂ ਸੁਣਿਆ। ਕਹਿੰਦੇ ਲੋਕਾਂ ਦੀਆਂ ਗੱਲਾਂ ਤੇ ਮੈਂ ਕੀ ਇਤਬਾਰ ਕਰਾਂ, ਲੋਕ ਤੇ ਬੜਾ ਹੋਏ। ਇੰਨੇ ਕੋਲ ਬੈਠੇ ਸੀ ਸਤਿਗੁਰਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ। ਕਹਿੰਦੇ ਵੀ ਨਿਤਿਆ ਅੰਦਰ ਕਿਉਂ ਨਹੀਂ ਗਿਆ, ਜਾ ਕੇ ਪੁੱਛਿਆ ਕਿਉਂ ਨਹੀਂ? ਉਹ ਹੱਥ ਜੋੜ ਕੇ ਕਹਿੰਦਾ ਭੈਣ ਜੀ ਅੰਦਰ ਹਿੰਦੂ ਨਹੀਂ ਜਾ ਸਕਦਾ, ਉਹ ਇਸਲਾਮ ਦੀ ਮਸਜਿਦ ਹੈ, ਉੱਥੇ ਦੇ ਸਮੇਂ ਦਾ ਨਵਾਬ ਖੜਾ ਸੀ, ਕੇਵਲ ਮੁਸਲਮਾਨ ਲੋਕ ਮਸਜਿਦ ਵਿੱਚ ਜਾਂਦੇ ਹਨ। ਦਿਜਵਰ ਭਰਾਤਾ ਕਹਾ ਆਪ ਤਜ ਕਰ ਆਏ, ਹੋ ਹਿਰਿਓ ਕਹਿੰਦੋ ਨਾਹੀ ਬੋਹਰ ਕੇ ਦਿਸ਼ ਗਏ। ਤੇ ਫਿਰ ਭੈਣ ਨਾਨਕੀ ਪੁੱਛਦੇ ਆ ਵੀ ਪੰਡਤਾ ਤੂੰ ਕੱਲਾ ਘਰੇ ਕਿਉਂ ਆ ਗਿਆ? ਜਦ ਤੈਨੂੰ ਪਤਾ ਸੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਮਾਜ਼ ਨਹੀਂ ਪੜ੍ਹੀ, ਤੂੰ ਮੁਸਲਮਾਨਾਂ ਨਾਲ ਜਾਣ ਕਿਉਂ ਦਿੱਤਾ? ਪੰਡਤ ਚੁੱਪ ਹੋ ਗਿਆ ਵੀ ਮੈਂ ਤੇ ਵਧਾਈ ਮੰਗਦਾ ਸੀ, ਕੰਮ ਹੋਰ ਪਾਸੇ ਚੱਲਿਆ। ਆਖੋ ਸਤਿਨਾਮ। ਇਹਦੀ ਕਲਾਸ ਲੱਗਣ ਲੱਗੀ ਹੈ। ਭੈਣ ਨਾਨਕੀ ਗੁੱਸੇ 'ਚ ਬੋਲੇ ਆ, ਵੀਰ ਰਸ ਬੋਲੇ ਆ, ਕਹਿੰਦੇ ਤੂੰ ਘਰ ਕਿਉਂ ਨਹੀਂ ਲੈ ਕੇ ਆਇਆ? ਕਿਉਂ ਕਹਿ ਰਹੇ ਆ? ਕਿਉਂਕਿ ਪਿਛਲੇ 6-7 ਮਹੀਨਿਆਂ ਤੋਂ ਗੁਰੂ ਸਾਹਿਬ ਨਾ ਪਿੰਡ ਆਏ ਆ, ਨਾ ਘਰ ਆਏ ਆ, ਨਗਰੋਂ ਬਾਹਰ ਰਹਿੰਦੇ ਆ। ਵੀ ਚਲੋ ਜੀ ਸਹਿਜ ਸੁਭਾਅ ਸਤਿਗੁਰ ਮਸਜਿਦ ਵਿੱਚ ਆ ਗਏ, ਘਰ ਲੈ ਕੇ ਆਉਣਾ ਤੇਰਾ ਫਰਜ਼ ਸੀ, ਤੂੰ ਵੇਖ ਕੇ ਮੁੜ ਕਿਵੇਂ ਆਇਆ? ਹੱਥ ਜੋੜ ਕੇ ਕਹਿੰਦਾ ਤੁਹਾਡੇ ਭਰਾਤਾ ਮੈਨੂੰ ਮਿਲੇ ਨਹੀਂ। ਸਮੇਂ ਦਾ ਨਵਾਬ ਉਹਨਾਂ ਨੂੰ ਨਾਲ ਲੈ ਕੇ ਚਲੇ ਗਿਆ। ਮੈਨੂੰ ਤੇ ਖੁਸ਼ੀ ਇੰਨੀ ਹੋ ਗਈ ਮੈਂ ਘਰੇ ਜਾ ਕੇ ਦੱਸ ਦਿਆਂ ਨਮਾਜ਼ ਨਹੀਂ ਪੜ੍ਹੀ, ਮੈਥੋਂ ਚਾ ਚੱਕਿਆ ਜਾਂਦਾ ਨਹੀਂ ਸੀ। ਉਹਨੇ ਹੀਰੀ ਤਹਾਂ ਦੇਨ ਦੂਤ ਸ਼ੋਧਿਓ, ਸੁਨਤ ਸਰਵਣ ਜੈ ਰਾਮ ਰੋਸ ਤੇ ਪਰਖਿਓ। ਜੈ ਰਾਮ ਜੀ ਨੇ ਸੁਣ ਕੇ ਨਾ ਨਿਤੇ ਪ੍ਰੋਹਤ ਦੀਆਂ ਗੱਲਾਂ ਥੋੜਾ ਜਿਹਾ ਗੁੱਸਾ ਕੀਤਾ, ਰੋਸਾ ਕੀਤਾ। ਕਹਿੰਦੇ ਤੇਰੇ ਪੈਰ ਭੱਜਦੇ ਸੀ ਭੱਜਿਆ। ਕਹਿੰਦਾ ਜਜਮਾਨ ਮੈਂ ਖਬਰ ਦੇਣ ਆਇਆ ਤੁਹਾਨੂੰ, ਮੈਥੋਂ ਖੁਸ਼ਖਬਰੀ ਸਹਾਰੀ ਨਹੀਂ ਗਈ, ਮੈਂ ਤਾਂ ਦੌੜ ਕੇ ਆ ਗਿਆ। ਕਹਿੰਦਾ ਹਾਂ ਇਹ ਮੈਂ ਸੋਚਿਆ ਹੀ ਨਹੀਂ ਵੀ ਗੁਰੂ ਸਾਹਿਬ ਨੂੰ ਘਰ ਹੀ ਲੈ ਚੱਲਾਂ, ਬੇਨਤੀ ਕਰਕੇ ਮਹਾਰਾਜ ਆ ਚੱਲੋ, ਕਿਉਂਕਿ ਮੈਨੂੰ ਪਤਾ ਮਹਾਰਾਜ ਮੇਰਾ ਬਚਨ ਨਹੀਂ ਬੋਲਦੇ। ਨਿਤਾ ਪ੍ਰੋਹਤ ਗੁਰੂ ਸਾਹਿਬ ਦੇ ਮੋਦੀ ਖਾਨੇ ਤੋਂ ਬੜਾ ਕੁਝ ਲੈ ਜਾਂਦਾ ਹੁੰਦਾ ਸੀ। ਮਹਾਰਾਜ ਕਹਿੰਦੇ ਸੀ ਪੰਡਤਾਂ ਸੁਣਾ ਕੋਈ ਰੱਬ ਦੀ ਗੱਲ, ਮਤਲਬ ਮਿੱਤਰਾਂ ਵਾਂਗੂ ਪਿਆਰ ਕਰਦੇ ਸੀ ਗੁਰੂ ਸਾਹਿਬ। ਤੇ ਜੈ ਰਾਮ ਤਾਂ ਹੀ ਗੁੱਸਾ ਕਰਦੇ ਆ ਵੀ ਜੇ ਤੂੰ ਇੱਕ ਬੇਨਤੀ ਕਰ ਲੈਂਦਾ ਮਹਾਰਾਜ ਘਰੇ ਆ ਜਾਂਦੇ, ਅਸੀਂ ਦਰਸ਼ਨ ਕਰ ਲੈਂਦੇ। ਅੱਖਾਂ ਭਰ ਆਉਂਦੀਆਂ ਜੈ ਰਾਮ ਜੀ ਦੇ ਬੇਨਤੀ ਵੀ ਤੇਰੀ ਛੋਟੀ ਜੀ ਗਲਤੀ ਕਰਕੇ ਸਾਡੀ ਪ੍ਰਸੰਨਤਾ ਦੂਰ ਹੋ ਗਈ। ਜੇ ਕਿਤੇ ਤੂੰ ਸਤਿਗੁਰਾਂ ਨੂੰ ਬੇਨਤੀ ਕਰਕੇ ਲੈ ਆਉਂਦਾ
ਅੱਜ ਕਿੱਡੇ ਵੱਡੇ ਭਾਗ ਹੁੰਦੇ ਸਤਿਗੁਰ ਸਾਡੇ ਪਾਸ ਹੁੰਦੇ। ਮਿਲਿਓ ਖੋਜ ਕਰ ਕਿਉਂ ਨਾ ਕੁਸ਼ਲ ਤਿਨ ਤੇ ਲਈ, ਹੋ ਆਇਓ ਸੁਧ ਬਿਨ ਲਈ, ਬਾਤ ਪਲ ਨਹੀਂ ਕਈ। ਜੈ ਰਾਮ ਜੀ ਲੜ ਪਏ ਪੰਡਤ ਨਿੱਧੇ ਨਾਲ, ਕਹਿੰਦੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਸਾਨੂੰ ਦੱਸਣ ਆ ਗਿਆ ਵੀ ਖੁਸ਼ਖਬਰੀ। ਪੁੱਛਿਆ ਗੁਰੂ ਸਾਹਿਬ ਨੂੰ, ਮਰਦ ਨੂੰ ਪੁੱਛਦਾ ਤੇ ਸਹੀ, ਪਾਤਸ਼ਾਹ ਤੁਹਾਡੇ ਨਾਲ ਹੋਇਆ ਕੀ ਹੈ? ਜੇ ਨਹੀਂ ਤੇਰੇ ਨਾਲ ਆਉਂਦੇ ਸੀ ਕਮ ਸੇ ਕਮ ਉਹਨਾਂ ਦੀ ਜ਼ੁਬਾਨੀ ਸੁਣ ਕੇ ਆਉਂਦਾ, ਫੇਰ ਆ ਕੇ ਸਾਨੂੰ ਦੱਸਦਾ। ਤੂੰ ਤੇ ਸਾਨੂੰ ਦੁਬਦਾ ਚ ਹੀ ਪਾ ਛੱਡੇ। ਹੁਣ ਹੱਸੀਏ ਜਾਂ ਰੋਈਏ ਆਖੋ ਸਤਿਨਾਮ, ਸਾਨੂੰ ਕੀ ਪਤਾ। ਨਾਲੇ ਤੂੰ ਕਹੀ ਜਾਂਦਾ ਵੀ ਮਰਦ ਖੜੇ ਸੀ ਉਹਨਾਂ ਨਮਾਜ਼ ਨਹੀਂ ਪੜ੍ਹੀ, ਫਿਰ ਕਹਿੰਦਾ ਗੱਲਾਂ ਕਰਦੇ ਸੀ, ਪਰ ਮੈਨੂੰ ਨਹੀਂ ਪਤਾ, ਮੈਂ ਅੰਦਰ ਨਹੀਂ ਵੇਖਿਆ ਜਾ ਕੇ, ਮੈਂ ਤੇ ਸੁਣਿਆ ਲੋਕਾਂ ਤੋਂ। ਜੈ ਰਾਮ ਕਹਿੰਦੇ ਤੂੰ ਤੇ ਬਸ ਜ਼ਖਮ ਤੇ ਲੂਣ ਪਾਉਣ ਵਾਲਾ ਕੰਮ ਕੀਤਾ। ਹੁਣ ਜੇ ਤੂੰ ਗੁਰੂ ਸਾਹਿਬ ਨੂੰ ਘਰ ਨਹੀਂ ਲੈ ਕੇ ਆ ਸਕਦਾ ਸੀ, ਕਮ ਸੇ ਕਮ ਜਾ ਕੇ ਕੋਲੇ ਬਾਹਰੋਂ ਹੀ ਪੁੱਛ ਲੈਂਦਾ, ਮਹਾਰਾਜ ਤੁਹਾਡੇ ਨਾਲ ਕੀ ਬੀਤੇ ਹੈ, ਤੁਹਾਡੇ ਨਾਲ ਕੀ ਕੁਝ ਹੋਇਆ ਏ। ਭਨਤ ਨਾਨਕੀ ਬਚਨ ਚਿੰਤ ਚਿਤ ਤੇ ਤਜੋ, ਧਰੋ ਪ੍ਰੀਤ ਪਰਤੀਤ ਨਾ ਸੰਸੈ ਹਤਿ ਅਜੋ। ਜਿਸ ਵੇਲੇ ਜੈ ਰਾਮ ਸੋਚਦੇ ਸੋਚਦੇ ਫੇਰ ਚਿੰਤਾ ਚ ਡੁੱਬ ਗਏ। ਹੁਣ ਤੇ ਪੰਡਤ ਵੀ ਵਿਚਾਰਾ ਚੁੱਪ ਜਾ ਬੈਠਾ, ਉੱਡਿਆ ਆਇਆ ਸੀ ਖੁਸ਼ਖਬਰੀ ਲੈ ਕੇ, ਪਰ ਖੁਸ਼ਖਬਰੀ ਅਧੂਰੀ ਸੀ, ਪੂਰੀ ਤੇ ਹੈ ਨਹੀਂ ਸੀ। ਸਤਿਗੁਰਾਂ ਦੇ ਭੈਣ ਨਾਨਕੀ ਜੀ ਆਪਣੇ ਪਤੀ ਜੈ ਰਾਮ ਨੂੰ ਆਖਣ ਲੱਗੇ, ਛੱਡੋ ਚਿੰਤਾ, ਕਿਉਂ ਫਿਕਰ ਕਰੀ ਜਾਂਦੇ? ਦੁਨੀਆ ਤੇ ਕੌਣ ਜੰਮਿਆ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਨੀਚਾ ਵਿਖਾ ਸਕੇ? ਉਹ ਤੇ ਆਪ ਪੀਰਾਂ ਦੇ ਪੀਰ ਨੇ, ਰੋਟੀ ਖਾਓ ਤੁਸੀਂ। ਜੋ ਕਰਦੇ ਨੇ ਸਤਿਗੁਰ ਉਹ ਚੰਗਾ ਹੀ ਕਰਦੇ ਆ। ਕਹਿੰਦੇ ਅੰਤਰਜਾਮੀ ਸਤਿਗੁਰਾਂ ਨੇ ਭੈਣ ਜੀ ਤੇ ਜੀਜਾ ਜੀ ਦੇ ਦਿਲ ਦੀ ਗੱਲ ਜਾਣ ਲਈ ਅਜੇ ਤੇ ਮਸਜਿਦ ਤੋਂ ਬਾਹਰ ਨਿਕਲੇ ਸੀ, ਲੋਕਾਂ ਨੇ ਘੇਰਾ ਪਾਇਆ, ਸੈਂਕੜੇ ਲੋਕ ਮਸਜਿਦ ਦੇ ਆਸੇ ਪਾਸੇ ਆ, ਕਿਉਂਕਿ ਦੁਨੀਆ ਹੈ। ਜਿੱਦਣ ਤੁਸੀਂ ਹਾਰ ਜਾਓਗੇ ਆਪਣੇ ਵੀ ਨਹੀਂ ਪੁੱਛਦੇ, ਜਿੱਦਣ ਜਿੱਤ ਕੇ ਆ ਜਾਓਗੇ ਨਾ ਫਿਰ ਲੋਕ ਨਾ ਜਾਣਨ ਵਾਲੇ ਵੀ ਚੁੱਕੀ ਫਿਰਦੇ, ਹਾਰ ਪਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਫਿਰਦੇ ਆ। ਹੁੰਦੇ ਕੌਣ ਨੇ? ਉਹ ਨੇ ਜਿਹੜੇ ਦੁੱਖ ਵਿੱਚ ਕਦੇ ਨਹੀਂ ਹਾਰਦੇ। ਅੱਜ ਭੀੜ ਲੋਕਾਂ ਦੀ, ਜਦ ਸਤਿਗੁਰ ਜੀ ਸ਼ਮਸ਼ਾਨ 'ਚ ਬੈਠੇ ਸੀ, ਆ ਜਿੰਨੇ ਆਲੇ ਦੁਆਲੇ ਤੁਰੇ ਫਿਰਦੇ, ਆਇਆ ਨਹੀਂ ਕੋਈ। ਹਾਲ ਪੁੱਛਿਆ ਕਿਸੇ ਨੇ ਆ ਕੇ, ਇੱਕ ਦੂਜੇ ਪਿੱਛੇ ਲੱਗ ਕੇ ਕਹਿੰਦੇ ਸੀ ਉਹ ਕਮਲਾ ਹੈ, ਉਹ ਭੂਤਨਾ। ਮਰਦ ਨੂੰ ਵੀ ਕਹਿਣਾ ਪਿਆ, ਕੋਈ ਆਖਿਆ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਦੇ ਜਾਣਾ। ਇਹੀ ਕਾਰਨ ਹੈ ਗੁਰੂ ਸਾਹਿਬ ਦੁਨੀਆ ਨਾਲ ਚਿੱਤ ਨਹੀਂ ਮਰਚਾਉਂਦੇ ਵੀ ਇਹਨਾਂ 'ਚ ਆਪਣਾ ਕੌਣ ਹੈ, ਕੋਈ ਨਹੀਂ। ਮਰਦ ਨੇ ਦਿਲ ਦੀ ਗੱਲ ਜਾਣ ਲਈ ਵੀ ਸਾਡੇ ਜੀਜਾ ਜੈ ਰਾਮ ਅਜੇ ਵੀ ਚਿੰਤਤ ਨੇ। ਪ੍ਰੋਹਤ ਨਿੱਧਾ ਵੀ ਉਸੇ ਵਿਪਤਾ ਵਿੱਚ ਪੈ ਗਿਆ ਏ। ਉਠੋ ਅਸਨ ਮੁਖੀ ਅਚੋ, ਬਹੁਤ ਚਿਰ ਕੋ ਧਰਿਓ, ਹੋ ਆਵਾਂਗੇ ਸੁਖ ਸੰਗ, ਭਰਾਤ ਹਰ ਅਵਤਰਿਓ। ਜੈ ਰਾਮ ਜੀ ਦਾ ਮਨ ਭਰਿਆ ਹੋਇਆ ਹੈ। ਜਦੋਂ ਬੇਬੇ ਨਾਨਕੀ ਕਹਿੰਦੇ ਤੁਸੀਂ ਭੋਜਨ ਛਕ ਲਓ, ਕਹਿੰਦਾ ਮੈਨੂੰ ਪਾਣੀ ਨਹੀਂ ਲੰਘਣਾ। ਮੈਂ ਚਾਹੁੰਦਾ ਸੀ ਗੁਰੂ ਸਾਹਿਬ ਘਰ ਆ ਜਾਂਦੇ, ਪਰ ਉਹ ਘਰ ਫੇਰ ਵੀ ਨਹੀਂ ਆਏ। ਆਖੋ ਸਤਿਨਾਮ। ਮਨ ਭਰਿਆ, ਦੁਖੀ ਹੈ, ਝੋਰਾ ਲੱਗਿਆ ਹੋਇਆ, ਪਤਾ ਨਹੀਂ ਉੱਥੇ ਅੰਦਰ ਮਸਜਿਦ ਦੇ ਕੀ ਹੋਇਆ। ਪੰਡਤ ਨੇ ਕਿਹੜਾ ਪੂਰੀ ਖਬਰ ਦਿੱਤੀ ਹੈ ਵੀ ਲੋਕਾਂ ਤੋਂ ਸੁਣ ਸੁਣਾ ਕੇ ਆ ਗਿਆ ਵੀ ਤੂੰ ਮਰਦ ਨੂੰ ਘਰ ਲੈ ਆ। ਪੰਡਤ ਵੀ ਚੁੱਪ ਹੋਇਆ ਬੈਠਾ ਵੀ ਜੇ ਮੈਂ ਖਬਰ ਦੇਣ ਨਾ ਹੀ ਆਉਂਦਾ ਤਾਂ ਚੰਗਾ ਸੀ, ਮੈਨੂੰ ਕੀ ਲੋੜ ਪਈ ਸੀ। ਗਰੀਬਨਵਾਜ ਸਤਿਗੁਰ ਚਲਦੇ ਚਲਦੇ ਘਰ ਦੇ ਦਰਵਾਜ਼ੇ ਕੋਲ ਆ ਗਏ। ਇਹ ਬਿਦ ਬਦਨ ਹੈ ਬਨਤ, ਸਦਨ ਪਰ ਦਬਤੰ, ਨੀਚੇ ਤੁਲਸਾਂ ਹੁਤੇ, ਨਿਰਖ ਜਗ ਬਦਤੰ। ਜਿਸ ਵੇਲੇ ਜੈ ਰਾਮ ਇੰਨਾ ਕਹਿੰਦੇ ਰੋ ਪਏ, ਕਹਿੰਦੇ ਮੇਰੀ ਕਿਸਮਤ ਫੁੱਟੀ, ਮੇਰੀ ਕਿਸਮਤ ਮਾੜੀ, ਮੇਰੇ ਨਾਲ ਤੇ ਸਤਿਗੁਰ ਵੀ ਨਹੀਂ ਬੋਲਦੇ। ਭਾਗਾ ਵਾਲੀਏ ਤੇਰਾ ਤੇ ਵੀਰ ਮੈਨੂੰ ਬੁਲਾਉਂਦਾ ਵੀ ਨਹੀਂ, ਮੈਂ ਸ਼ਮਸ਼ਾਨ 'ਚ ਬੜੀ ਵਾਰ ਗਿਆ। ਐਨੇ ਨੂੰ ਨਾ ਦਰਵਾਜ਼ੇ ਤੇ ਗੁਰੂ ਨਾਨਕ ਸਾਹਿਬ ਆ ਗਏ। ਕਿਸੇ ਨੂੰ ਨਹੀਂ ਪਤਾ ਚੁਬਾਰੇ ਤੇ ਬੈਠੇ ਸਤਿਗੁਰਾਂ। ਸੁਭਾਵਕ ਤੁਲਸਾ ਦਾਸੀ ਨੇ ਗੁਰੂ ਸਾਹਿਬ ਨੂੰ ਵੇਖ ਲਿਆ। ਇਸ ਘਰ ਦੀ ਸੇਵਾਦਾਰ ਹੈ, ਪਰ ਕਦੇ ਵੀ ਇਸ ਪਰਿਵਾਰ ਨੇ ਉਹਨੂੰ ਸੇਵਾਦਾਰ ਤੇ ਨੌਕਰ ਨਹੀਂ ਸੀ ਸਮਝਿਆ। ਭੈਣਾਂ ਤੋਂ ਵੱਧ ਕੇ ਪਿਆਰ ਬੇਬੇ ਨਾਨਕੀ ਦਿੰਦੇ ਸੀ ਤੁਲਸਾ ਨੂੰ, ਤੇ ਤੁਲਸਾ ਨੂੰ ਸਤਿਗੁਰ ਵੀ ਭੈਣਾਂ ਵਾਂਗੂ ਪਿਆਰ ਕਰਦੇ ਸੀ। ਅੱਗੇ ਆਉਣ ਵਾਲੀ ਕਥਾ ਸਾਰੀ ਆ ਜਾਣੀ ਹੈ। ਕਦੇ ਜਦੋਂ ਤੁਲਸਾ ਦਾਸੀ ਨੇ ਮਰਦ ਨੂੰ ਦਰਵਾਜ਼ੇ ਤੇ ਆਇਆ ਵੇਖਿਆ, ਉਹਨੂੰ ਇੰਨਾ ਚਾਅ ਚੜ ਗਿਆ, ਉਹਨੇ ਦੱਸਣਾ ਹੀ ਭੁੱਲ ਗਈ ਵੀ ਉੱਪਰ ਜਾ ਕੇ ਦੱਸਿਆ। ਖੁਸ਼ੀ ਹੈ ਨਾ। 6-7 ਮਹੀਨਿਆਂ ਬਾਅਦ ਗੁਰੂ ਸਾਹਿਬ ਅਚਨ ਚੇਤ ਆਇਆ, ਉਹੀ ਕਫਣੀ ਪਾਈ ਹੋਈ ਹੈ ਜੋ ਸ਼ਮਸ਼ਾਨ 'ਚ ਲਾ ਕੇ ਰੱਖਦੇ ਸੀ।
ਤੇ ਸਤਿਗੁਰਾਂ ਦੇ ਪਿੱਛੇ ਪਿੱਛੇ ਭਾਈ ਬਾਲਾ ਵੀ। ਤੇ ਗੁਰੂ ਸਾਹਿਬ ਆ ਕੇ ਨਾ ਦਰਵਾਜ਼ੇ ਤੇ ਜਦੋਂ ਖੜੇ ਹੋਏ, ਨੇਤਰ ਭਰ ਸਤਿਗੁਰਾਂ ਵਿਹੜੇ ਵੱਲ ਵੇਖਿਆ, ਬੜੇ ਲੰਬੇ ਸਮੇਂ ਬਾਅਦ ਆਏ ਆ। ਤੇ ਤੁਲਸਾ ਦਾਸੀ ਨੇ ਖੁਸ਼ੀ 'ਚ ਜਾ ਕੇ ਚਰਨਾਂ ਤੇ ਸੀਸ ਟੇਕੇ ਆਏ। ਬਦੋ ਭਰਾਤ ਜੀ ਆਏ, ਬਦਨ ਅਰਬਿੰਦਿਆ, ਹੋ ਆਨੰਦ ਕੰਦ ਮੁਕੰਦ, ਕਦਨ ਦੁਖ ਦੁੰਦਿਆ। ਤੁਲਸਾ ਦਾਸੀ ਨੇ ਮਰਦ ਨੂੰ ਮੱਥਾ ਟੇਕਿਆ, ਭੱਜ ਕੇ ਪੌੜੀ ਚੜ੍ਹਦੀ ਚੁਬਾਰੇ ਦੀ, ਰੌਲਾ ਪਾਉਂਦੀ ਆਉਂਦੀ ਹੈ, ਐ ਬਹੂ ਤੇਰੇ ਭਰਾ ਆ ਗਏ। ਉਹ ਬਹੂ ਕਿਉਂ ਕਹਿੰਦੀ? ਕਿਉਂਕਿ ਅੱਜ ਕੱਲ ਉਹ ਇਸ ਘਰ ਵਿੱਚ ਰਹਿ ਰਹੀ ਹੈ, ਇਸ ਘਰ ਦੀ ਬਹੂ ਹੈ ਬੇਬੇ। ਇਸ ਲਈ ਫਿਰ ਉਹਦਾ ਸ਼ਬਦ ਵੀ ਉਹੀ, ਜਿਸ ਘਰ ਵਿੱਚ ਰਹਿਣਾ। ਬੜੇ ਅਦਬ ਨਾਲ ਆਖਿਆ, ਕਿਉਂਕਿ ਤੁਲਸਾ ਉਮਰ 'ਚ ਵੱਡੀ ਹੈ। ਬਹੂ ਭੱਜ ਕੇ ਆ, ਤੇਰਾ ਵੀਰ ਆਇਆ, ਤੇਰਾ ਭਰਾ ਆਇਆ, ਵੇਖ ਤੇ ਸਹੀ ਸੱਚਮੁੱਚ। ਕਹਿੰਦੇ ਜਦੋਂ ਭੈਣ ਨਾਨਕੀ ਦੇ ਕੰਨਾਂ 'ਚ ਆਵਾਜ਼ ਪਈ, ਇੱਕਦਮ ਉੱਠੇ ਤੇ ਭੱਜ ਲਏ ਉਸ ਪਾਸੇ। ਤੇ ਜੈ ਰਾਮ ਜੀ ਤੇ ਸਮਝੋ ਵੀ ਇਹਨਾਂ ਆਵਾਜ਼ਾਂ ਨੂੰ ਸੁਣ ਕੇ ਹੈਰਾਨ ਨੇ ਵੀ ਇਹ ਕਿਵੇਂ ਹੋ ਸਕਦਾ। ਆਖੋ ਸਤਿਨਾਮ। ਕਿਉਂਕਿ ਯਕੀਨ ਨਹੀਂ ਨਾ ਹੁੰਦਾ, ਮਨ ਦੁਖੀ ਬੜਾ ਸੀ, ਦੁਬਦਾ ਬੜੀ ਸੀ, ਪਰ ਸਤਿਗੁਰਾਂ ਦੇ ਭੈਣ ਜੀ ਨੂੰ ਤੇ ਭਰੋਸਾ ਹੀ ਬਹੁਤ ਸੀ, ਮੇਰਾ ਵੀਰ ਇੱਕ ਦਿਨ ਜ਼ਰੂਰ ਘਰੇ ਆਏਗਾ। ਤੁਲਸਾ ਦਾਸੀ ਨੇ ਜਦੋਂ ਦੱਸਿਆ ਨਾ, ਕਹਿੰਦੇ ਭੱਜ ਕੇ ਤੁਲਸਾ ਨੂੰ ਜੱਫੀ ਪਾਈ, ਤੂੰ ਮੇਰੇ ਵੀਰ ਬਾਰੇ ਦੱਸਿਆ? ਕਹਿੰਦੇ ਕਿੱਥੇ ਹੈ? ਇਸ਼ਾਰਾ ਕੀਤਾ, ਉਹ ਖੜੇ ਆ ਦਰਵਾਜ਼ੇ 'ਚ। ਬੇਬੇ ਨਾਨਕੀ ਫਿਰ ਕਿਵੇਂ ਭੱਜੇ ਹੋਣਗੇ, ਕਿਹੋ ਜਿਹਾ ਸਮਾਂ ਹੋਣਾ। ਕੋਈ ਸਮਾਂ ਸੀ ਸ਼ਮਸ਼ਾਨ ਮਿਲਣ ਜਾਂਦੇ ਸੀ ਮਰਦ ਨੂੰ, ਮੜੀਆਂ ਵਿੱਚ ਮਰਦ ਮੁੱਖ ਨਹੀਂ ਸੀ ਕਰਦੇ ਕਿਸੇ ਵੱਲ। ਅੱਜ ਆਪ ਹੀ ਘਰੇ ਆ ਗਏ। ਪੌੜੀ ਉਤਰਦਿਆਂ ਭੱਜਿਆ ਦੌੜਿਆ, ਜਦ ਆਪਣਾ ਵੀਰ ਵੇਖਿਆ, ਧਰਤੀ ਤੇ ਪੈਰ ਨਹੀਂ ਲੱਗਦੇ। ਸੁਨਤ ਨਾਮ ਜੈ ਰਾਮ, ਅਮੀ ਅਮੀ ਪਿਓ, ਅੰਗ ਨ ਮੇਵੇ ਸ਼ੋਭ, ਉਠਿਓ ਨਰਖਤ ਪਇਓ। ਭੈਣ ਨਾਨਕੀ ਭੱਜ ਕੇ ਆਏ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਐਨੇ ਨੂੰ ਜੈ ਰਾਮ ਉੱਠੇ, ਥਾਲ ਰੋਟੀ ਵਾਲਾ ਪਾਸੇ ਕੀਤਾ, ਖਾਧੀ ਤੇ ਪਹਿਲਾਂ ਹੀ ਨਹੀਂ ਸੀ। ਕਹਿੰਦੇ ਧਰਤੀ ਤੇ ਪੈਰ ਨਹੀਂ ਲੱਗਦੇ, ਉਤਰਿਆ ਨਹੀਂ ਜਾਂਦਾ ਖੁਸ਼ੀ 'ਚ। ਜਦ ਗੁਰੂ ਸਾਹਿਬ ਨੂੰ ਵੇਖਿਆ, ਅੱਖਾਂ ਭਰ ਆਈਆਂ, ਭੱਜ ਕੇ ਦੌੜ ਕੇ ਥੱਲੇ ਆਏ, ਆ ਕੇ ਮਰਦ ਨੂੰ ਮੱਥਾ ਟੇਕਿਆ। ਸਤਿਗੁਰਾਂ ਨੇ ਦੋਨਾਂ ਨੂੰ ਨਮਸਕਾਰ ਕਰਦੀ, ਆਖੋ ਸਤਿਨਾਮ। ਖੁਸ਼ੀ 'ਚ ਭੁੱਲ ਗਏ ਅੰਦਰ ਆਉਣ ਨੂੰ। ਕਹਿੰਦੇ ਉੱਥੇ ਵੇਖੀ ਜਾਂਦੇ ਨੇ, ਮਰਦ ਨੂੰ ਬਚਨ ਕਰਦੇ ਆ, ਗੱਲਾਂ ਕਰਦੇ, ਚਾਹ ਇੰਨਾ ਖੁਸ਼ੀ ਹੈ, ਇੰਨੀ ਆਨੰਦ, ਇੰਨਾ ਬਿਆਨ ਨਹੀਂ ਹੁੰਦਾ। ਸਮਾਂ ਸਮਾਪਤ ਹੋ ਗਿਆ ਜੀ। ਜਿਵੇਂ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ, ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।